ਅਸੀਂ ਚਾਹੁੰਦੇ ਹਾਂ ਕਿ ਸਾਡੀ ਔਰਤ ਘਰੋਂ ਬਾਹਰ ਜਾਵੇ ਵੀ, ਪੈਸਾ ਵੀ ਕਮਾਵੇ, ਉਹ ਘਰ ਦਾ ਕੰਮ ਵੀ ਕਰੇ ਔਰ ਫਿਰ ਘਰੋਂ ਆ ਕੇ ਗੱਲਾਂ ਵੀ ਸੁਣੇ। ਅੱਛਾ, ਜਿਹੜੀ ਔਰਤ ਘਰੇ ਰਹਿੰਦੀ ਹੈ, ਤੂੰ ਤਾਂ ਵਿਹਲੀ ਹੈ। ਬਹੁਤ ਵੱਡਾ ਕ੍ਰਾਈਸਿਸ ਆ ਵੀ ਆਪਣੀ ਪਛਾਣ ਨੂੰ ਭੁੱਲ ਕੇ ਜਿਉਣਾ। ਤੇ ਇਹਦੇ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਜਦੋਂ ਕੋਈ ਤੁਹਾਡੀ ਪਛਾਣ ਖੋਣ ਦੀ ਕੋਸ਼ਿਸ਼ ਕਰਦਾ ਆ? ਮੈਨੂੰ ਤੀਜਾ ਚੌਥਾ ਦਿਨ ਆਸਟ੍ਰੇਲੀਆ 'ਚ ਹਜੇ ਗਿਆ ਨੂੰ ਹੋਏ ਨੂੰ, ਮੈਂ ਦਰਵਾਜ਼ਾ ਖੋਲ੍ਹਿਆ, ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ, ਮੈਂ ਕਿਹਾ ਆਈ ਐਮ ਡਾਕਟਰ ਰਤਨ। ਉਹ ਮੇਰੇ ਮਗਰ ਪੈ ਗਿਆ, ਉਹ ਕਹਿੰਦਾ ਯੂ ਆਰ ਨੋ ਮੋਰ ਅ ਡਾਕਟਰ ਹੀਅਰ। ਦੋ ਹੀ ਰਸਤੇ ਨੇ, ਜਾਂ ਤਾਂ ਆਪਣੇ ਆਪ ਨਾਲ ਪੀਸ ਕਰ ਲਓ ਕਿ ਹਾਂ ਮੈਂ ਖੁਸ਼ ਹਾਂ ਮੈਂ ਜੋ ਕਰ ਰਿਹਾ, ਨਹੀਂ ਤਾਂ ਜੋ ਤੁਸੀਂ ਕੀਤਾ, ਜੋ ਤੁਸੀਂ ਪੜ੍ਹਿਆ, ਜੋ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਉਹਨੂੰ ਸਟਰਾਈਵ ਕਰੋ, ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਮਿਲ ਜਾਏਗਾ। ਮੈਂ ਅਜੇਸ਼ਵਰ ਨੂੰ ਸਟਾਰਟਿੰਗ ਦੇ 4-5 ਸਾਲ ਮੈਂ ਸੁੱਤਾ ਛੱਡ ਕੇ ਜਾਂਦੀ ਸੀ ਤੇ ਜਦੋਂ ਆਉਂਦੀ ਸੀ ਸੁੱਤਾ ਹੀ ਦੇਖਦੀ ਸੀ। ਪਾਰਟਨਰ ਦੀ ਸਪੋਰਟ ਉੱਥੇ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਾਂ ਉਹਦਾ ਕੀ ਰੋਲ ਹੋਣਾ ਚਾਹੀਦਾ ਉੱਥੇ? ਅਸੀਂ ਐਕਸੈਪਟ ਕਰੀਏ ਚਾਹੇ ਨਾ ਕਰੀਏ, ਪਰ ਅੱਜ ਵੀ ਸਾਨੂੰ ਇੰਡੀਅਨ ਵੂਮਨ ਨੂੰ ਸਾਡੀ ਇੰਡੀਪੈਂਡੈਂਸ ਵਾਸਤੇ ਵੀ ਸਾਨੂੰ ਆਪਣੇ ਹਸਬੈਂਡ ਦੀ ਸਪੋਰਟ ਦੀ ਲੋੜ ਹੈ। ਇਕੱਲੀ ਫਾਈਨੈਂਸ਼ੀਅਲ ਸਪੋਰਟ ਨਹੀਂ ਵੀ ਮੈਂ ਤੈਨੂੰ ਪੈਸੇ ਦੇ ਤੇ ਉਹ ਸਪੋਰਟ ਨਹੀਂ, ਉਹਨੂੰ ਇਮੋਸ਼ਨਲ ਸਪੋਰਟ ਚਾਹੀਦੀ ਹੈ। ਬਿਲਕੁਲ, ਉਹਨੂੰ ਸਾਈਕੋਲੋਜੀਕਲ ਸਪੋਰਟ ਚਾਹੀਦੀ ਹੈ, ਉਹਨੂੰ ਮੈਂਟਲ ਸਪੋਰਟ ਚਾਹੀਦੀ ਹੈ। ਫਾਈਨੈਂਸ਼ੀਅਲ ਉਹ ਆਪਦੀ ਆਪੇ ਕਰ ਲਊਗੀ। ਇਹ ਸਪੋਰਟ ਸਿਸਟਮ ਤਾਂ ਚੱਲਣਾ ਹੀ, ਸਾਰੀ ਉਮਰ ਚੱਲਣਾ ਹੈ ਇਹ। ਬਿਲਕੁਲ, ਕਿਉਂਕਿ ਆਪਣੇ ਜਦੋਂ ਕਿਸੇ ਨੇ ਇੱਕ ਮੈਨੂੰ ਮੈਸੇਜ ਹੁਣੇ ਆਪਣੀ ਟਾਕ ਤੋਂ ਪਹਿਲਾਂ ਮੈਂ ਇੱਕ ਇੰਸਟਾਗ੍ਰਾਮ ਸਟੋਰੀ ਲਿਖੀ ਸੀਗੀ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਚੀਜ਼ 'ਤੇ, ਤਾਂ ਕਿਸੇ ਨੇ ਲਿਖਿਆ ਕਿ ਕੁੜੀਆਂ ਦਾ ਉੱਧਰ ਜਾ ਕੇ ਸੈਟਲ ਹੋਣ ਦਾ ਜਿਹੜਾ ਆਪਾਂ ਕੀ ਕਹਿ ਸਕਦੇ ਹਾਂ ਕਿ ਉਹ ਵੀ ਚੀਜ਼ਾਂ, ਉਹਨਾਂ ਦੀ ਸੈਟਲਮੈਂਟ ਉਸ ਚੀਜ਼ 'ਤੇ ਵੀ ਡਿਪੈਂਡ ਕਰਦੀ ਹੈ ਕਿ ਉਹਦੀ ਲਾਈਫ 'ਚ ਜਿਹੜੀ ਮੇਲ ਪਰਸਨੈਲਿਟੀ ਆ, ਉਹ ਚਾਹੇ ਉਹਦਾ ਘਰ ਵਾਲਾ, ਚਾਹੇ ਉਹਦਾ ਪਿਓ ਆ, ਭਰਾ ਵਾ, ਜਾਂ ਉਹਨਾਂ ਦੇ ਬੱਚੇ ਨੇਗੇ, ਉਹ ਬਹੁਤ ਰੋਲ ਮਤਲਬ ਮੈਟਰ ਕਰਦੀਆਂ ਨੇ ਇਹ ਚੀਜ਼ਾਂ, ਹੈ ਨਾ। ਉਹ ਕਹਿੰਦੇ ਕਈ ਵਾਰੀ ਸਾਡੀ ਜਿਹੜੀ ਇੰਡੀਅਨ ਮੇਲ ਮੈਂਟੈਲਿਟੀ ਆ, ਹੈ ਨਾ, ਉਹ ਇਹ ਹੁੰਦਾ ਹੈ ਕਿ ਵੀ ਆਪਾਂ ਇੱਥੋਂ ਛੱਡ ਕੇ ਬਾਹਰ ਤਾਂ ਚਲੇ ਗਏ ਹਾਂ ਪਰ ਉਹਦੇ ਕਲਚਰ ਨੂੰ ਅਸੀਂ ਅਡੋਪਟ ਨਹੀਂ ਕਰ ਰਹੇ ਹੈਗੇ, ਕਿਉਂਕਿ ਉੱਥੇ ਕਹਿੰਦੇ ਆਪਣੇ ਇੱਥੇ ਪੰਜਾਬ 'ਚ ਕੀ ਹੁੰਦਾ ਵੀ ਘਰ 'ਚ ਖਾਣਾ ਸਿਰਫ ਔਰਤ ਬਣਾ ਰਹੀ ਆ, ਹੈ ਨਾ। ਅਤੇ ਉੱਥੇ ਕਹਿੰਦੇ ਕਈ ਵਾਰੀ ਜੇ ਤੁਸੀਂ ਇਹ ਡਿਸੀਜਨ ਲੈ ਵੀ ਲੈਂਦੇ ਹੋ ਵੀ ਤੁਸੀਂ ਜੋਬ ਕਰਨੀ ਆ ਜਾਂ ਤੁਸੀਂ ਪੜ੍ਹ ਰਹੇ ਹੋ, ਤਾਂ ਕਈ ਵਾਰ ਕਹਿੰਦੇ ਤੁਸੀਂ ਘਰੇ ਆਉਂਦੇ ਹੋ ਤਾਂ ਤੁਹਾਡੇ ਬੱਚੇ ਲੜ ਰਹੇ ਹੁੰਦੇ ਨੇ ਆਪਸ 'ਚ ਅਤੇ ਤੁਹਾਡਾ ਘਰ ਵਾਲਾ ਕਾਊਚ ਦੇ ਉੱਪਰ ਲੰਬਾ ਪਿਆ ਹੁੰਦਾ ਨਾ। ਮਤਲਬ ਤੁਸੀਂ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਖਾਣਾ ਬਣਾ ਦਿੰਦੇ ਜਾਂ ਤੁਸੀਂ ਬੱਚਿਆਂ ਨੂੰ ਖਵਾ ਦਿੰਦੇ, ਹੈ ਨਾ। ਕਹਿੰਦੇ ਕਈ ਵਾਰੀ ਤੁਹਾਨੂੰ ਬੜਾ ਹੀ ਮਤਲਬ ਐਗਰੈਸਿਵ ਰਿਐਕਸ਼ਨ ਉਹਨਾਂ ਦਾ ਸਹਿਣਾ ਪੈਂਦਾ ਹੈ ਕਿ ਇਹ ਮੇਰੀ ਜੋਬ ਨਹੀਂ ਹੈਗੀ, ਹੈ ਨਾ, ਜਾਂ ਜੇ ਤੈਨੂੰ ਘਰ ਦਾ ਇੰਨਾ ਫਿਕਰ ਆ ਤੂੰ ਸਾਰਾ ਕੁਝ ਛੱਡ ਕੇ ਫਿਰ ਆਪ ਕਿਉਂ ਨਹੀਂ ਕਰਦੀ ਹੈਗੀ, ਹੈ ਨਾ। ਸੋ ਮੈਨੂੰ ਲੱਗਦਾ ਕਿ ਜਿਹੜੀ ਇੰਡੀਅਨ ਮੇਲ ਮੈਂਟੈਲਿਟੀ ਆ, ਹੈ ਨਾ, ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਤੁਸੀਂ ਅਗਰ ਥੋੜ੍ਹਾ ਜਿਹਾ ਉੱਧਰ ਗਏ ਹੋ ਤਾਂ ਉੱਧਰਲਾ ਮਾਹੌਲ ਜਾਂ ਉੱਧਰਲਾ ਕਲਚਰ ਜੇ ਤੁਸੀਂ ਥੋੜ੍ਹਾ ਜਿਹਾ ਸਮਝੋ ਤਾਂ ਦੂਜੇ ਬੰਦੇ ਦੇ ਲਈ ਕਿੰਨਾ ਈਜ਼ੀ ਹੋ ਸਕਦਾ ਆ? ਬਿਲਕੁਲ, ਤੁਸੀਂ ਇਹ ਗੱਲ ਸਹੀ ਕਹੀ, ਇਹ ਰਿਐਲਿਟੀ ਹੈ। ਇਹ ਇੱਕ ਹਾਰਸ਼ ਰਿਐਲਿਟੀ ਔਰ ਬੜੀ ਡਿਫਿਕਲਟ ਟੂ ਡਾਈਜੈਸਟ ਹੈ। ਬਈ ਤੂੰ ਕਰ ਲੈ, ਤੂੰ ਘਰ ਛੱਡ ਕੇ ਬਹਿ ਜਾ। ਅਸੀਂ ਚਾਹੁੰਦੇ ਹਾਂ ਕਿ ਸਾਡੀ ਔਰਤ ਘਰੋਂ ਬਾਹਰ ਜਾਵੇ ਵੀ, ਪੈਸਾ ਵੀ ਕਮਾਵੇ, ਉਹ ਘਰ ਦਾ ਕੰਮ ਵੀ ਕਰੇ ਔਰ ਫਿਰ ਘਰੋਂ ਆ ਕੇ ਗੱਲਾਂ ਵੀ ਸੁਣੇ। ਅੱਛਾ, ਜਿਹੜੀ ਔਰਤ ਘਰੇ ਰਹਿੰਦੀ ਹੈ, ਤੂੰ ਤਾਂ ਵਿਹਲੀ ਹੈ। ਅੱਛਾ, ਜੇ ਉਹ ਘਰ ਦਾ ਕੰਮ ਵੀ ਕਰਦੀ ਹੈ ਸਾਰਾ ਦਿਨ, ਜੇ ਤਾਂ ਉਹ ਬਾਹਰ ਜਾਂਦੀ ਹੈ ਤਾਂ ਤੂੰ ਘਰ ਸਾਂਭ ਲੈ, ਅਤੇ ਜੇ ਉਹ ਘਰ ਹੈ ਤੂੰ ਤਾਂ ਘਰੇ ਵਿਹਲੀ ਹੈ, ਉਹਨੂੰ ਕਿਸੇ ਪਾਸੇ ਵੀ ਨਹੀਂ ਜਾਣ ਦੇਣਾ। ਇਹ ਇੱਥੇ ਵੀ ਹੈ ਜੋ ਕਰੇ ਤੂੰ ਤਾਂ ਵਿਹਲੀ ਹੈ। ਅੱਛਾ ਚਲੋ, ਇਹ ਤਾਂ ਮਜ਼ਾਕ ਦੀ ਗੱਲ ਅੱਡ ਹੈ, ਬਟ ਇਸ ਪੱਖੋਂ ਫੋਰ ਐਗਜ਼ਾਮਪਲ ਮੈਨੂੰ ਮੇਰੀ ਫੈਮਿਲੀ ਦੀ ਮੈਂ ਆਪਣੀ ਐਗਜ਼ਾਮਪਲ ਦਿੰਦੀ ਹਾਂ, ਬੜੀ ਸਪੋਰਟ ਸੀਗੀ ਕਿ ਜਿਸ ਤਰ੍ਹਾਂ ਹੁਣ ਮੈਂ ਜਦੋਂ ਜਾਂਦੀ ਸੀ ਯੂਨੀਵਰਸਿਟੀ ਜਾਂਦੀ ਸੀ, ਬੇਟਾ ਛੋਟਾ ਸੀਗਾ, ਮੇਰੇ ਫਾਦਰ ਇਨ ਲਾਅ ਹੁਣ ਹੀ ਇਜ਼ ਨੋ ਮੋਰ, ਉਦੋਂ ਸੀਗੇ ਇੱਥੋਂ ਆਫਿਸਰ ਰਿਟਾਇਰ ਹੋਏ ਸੀਗੇ ਉਹ, ਕਦੇ ਉਹਨਾਂ ਨੇ ਆਪਦੀ ਚਾਹ ਸਵੇਰੇ ਆਪ ਬਣਾ ਕੇ ਪੀਂਦੇ ਸੀਗੇ ਇੱਥੇ ਵੀ, ਉੱਥੇ ਵੀ ਪਾਪਾ ਨੇ ਸਵੇਰੇ ਉੱਠ ਜਾਣਾ, ਸਵੇਰੇ 5 ਵਜੇ ਆਪਦੀ ਚਾਹ ਉਹਨਾਂ ਨੇ ਬਣਾ ਕੇ ਆਪ ਪੀਣੀ, ਮੈਨੂੰ ਕਦੇ ਪਰੇਸ਼ਾਨ ਨਹੀਂ ਕੀਤਾ। ਮੈਂ ਸਵੇਰੇ ਉੱਠ ਕੇ ਉਹਨਾਂ ਨੇ ਮੈਨੂੰ ਕਹਿਤਾ ਸੀ, ਕਹਿੰਦੇ ਬੇਟੇ ਮੇਰੇ ਪਿੱਛੇ ਪਰੇਸ਼ਾਨ ਨਹੀਂ ਹੋਣਾ, ਮੇਰਾ ਉਹਨਾਂ ਦਾ ਸਵੇਰ ਦਾ ਬ੍ਰੇਕਫਾਸਟ ਬਣਾ ਕੇ ਜਾਣਾ, ਦੁਪਹਿਰ ਦਾ ਲੰਚ ਬਣਾ ਕੇ ਰੱਖ ਜਾਣਾ, ਮੈਂ ਉਹਨਾਂ ਨੇ ਆਪੇ ਬਣਾਉਣਾ, ਮਤਲਬ ਆਪੇ ਚੱਕ ਕੇ ਖਾਣਾ। ਮੈਂ ਉਹ ਇਹ ਨਹੀਂ ਵੀ ਮੈਂ ਆ ਕੇ ਬੈਠੀ ਹਾਂ ਅਤੇ ਮੈਂ ਪਾ ਕੇ ਦਊਂਗੀ ਤਾਂ ਖਾਣਗੇ, ਸੁਬਾਹ ਮੈਂ ਸੈੱਟ ਕਰਕੇ ਚਲੇ ਜਾਣਾ, ਸ਼ਾਮ ਤੱਕ ਘਰ ਉਹਨਾਂ ਨੇ ਆਪਦਾ ਆਪਣੇ ਆਪ ਐਡਜਸਟ ਕਰ ਲੈਣਾ ਸੀ। ਪਰ ਕਈ ਘਰਾਂ 'ਚ ਕੀ ਹੁੰਦਾ ਸੀ ਵੀ ਜੇ ਇਨਲੌਜ਼ ਆਇਆ ਤਾਂ ਇੱਕ ਪਰੇਸ਼ਾਨੀ ਹੈ ਵੀ ਉਹਨਾਂ ਨੂੰ ਜੇ ਤੁਸੀਂ ਰੋਟੀ ਪਾ ਕੇ ਦਓਗੇ ਤਾਂ ਉਹਨਾਂ ਨੇ ਖਾਣੀ ਹੈ, ਉਹਨਾਂ ਨੇ ਚੱਕ ਕੇ ਡੱਬੇ 'ਚੋਂ ਖਾਣੀ ਵੀ ਨਹੀਂ। ਬਿਲਕੁਲ, ਇਹ ਇੱਕ ਸਪੋਰਟ ਦੀ ਗੱਲ ਹੈ ਵੀ ਇੰਨੀ ਕੁ ਸਪੋਰਟ ਤਾਂ ਤੁਸੀਂ ਕਰ ਸਕਦੇ ਹੋ ਨਾ, ਵੀ ਤੁਸੀਂ ਜੇ ਬਣੀ ਬਣਾਈ ਤਾਂ ਚੱਕ ਕੇ ਖਾ ਤਾਂ ਸਕਦੇ ਹੋ। ਚਲੋ ਜੇ ਆਪਾਂ ਐਂ ਤਾਂ ਨਹੀਂ ਕਹਿੰਦੇ ਵੀ ਤੁਸੀਂ ਆਪੇ ਬਣਾ ਕੇ ਖਾਓ, ਉਹ ਤਾਂ ਨਹੀਂ ਪੋਸੀਬਲ ਨਹੀਂ ਹੈ, ਚੱਕ ਕੇ ਖਾ ਤਾਂ ਸਕਦੇ ਹੋ ਨਾ। ਹੁਣ ਅੱਜ ਕੱਲ੍ਹ ਤਾਂ ਫਰੋਜ਼ਨ ਵੀ ਆ ਗਈਆਂ, ਫਰਿੱਜ 'ਚ ਪਈਆਂ ਚੀਜ਼ਾਂ ਵੀ ਆ ਗਈਆਂ,
ਇੰਨੀ ਆਪਾਂ ਜਿੰਨੀ ਕੁ ਕਰ ਸਕਦੇ ਉਨੀ ਕੁ ਤਾਂ ਕਰੀਏ, ਥੋੜਾ ਜਿਹਾ ਐਡਜਸਟਮੈਂਟ ਤਾਂ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਫॉर ਹਸਬੈਂਡਸ ਵੀ ਹੈ। ਤੁਸੀਂ ਬੱਚਿਆਂ ਨੂੰ ਪਾ ਕੇ ਖਵਾ ਤਾਂ ਸਕਦੇ ਹੋ ਨਾ, ਜੇ ਬਣਾ ਨਹੀਂ ਸਕਦੇ ਚਲੋ ਆਪਾਂ ਉਹ ਐਕਸਪੈਕਟ ਨਹੀਂ ਕਰਦੇ ਵੀ ਤੁਸੀਂ ਹੁਣ ਬਣਾਉਣ ਲੱਗ ਜਾਓ। ਉਹ ਜੇ ਇੰਨੇ ਸਾਲਾਂ ਤੋਂ ਨਹੀਂ ਬਣਾਉਣ ਲੱਗੇ ਤਾਂ ਚਲੋ ਜੇ ਬਣਾ ਵੀ ਦੇਣਗੇ, ਜੇ ਮੈਗੀ ਬਣਾ ਕੇ ਖਾਧੀ ਵੀ ਜਾਊਗੀ ਇੱਕ ਟਾਈਮ ਤੇ ਉਹ ਵੀ ਕੋਈ ਪ੍ਰੋਬਲਮ ਨਹੀਂ। ਅੱਜ ਕੱਲ੍ਹ ਤਾਂ ਬੱਚੇ ਵੀ ਮੈਗੀ ਬਣਾ ਲੈਂਦੇ ਨੇ। ਆਪਾਂ ਜੇ ਐਡਜਸਟਮੈਂਟ ਕਰਨੀ ਹੋਵੇ, ਇਹਨੂੰ ਐਡਜਸਟਮੈਂਟ ਫੈਕਟਰੀ ਕਹਿ ਦਿੰਦੇ ਨੇ। ਜੇ ਐਡਜਸਟਮੈਂਟ ਦੀ ਗੱਲ ਹੈ, ਜੇ ਐਡਜਸਟਮੈਂਟ ਕਰ ਵੀ ਲਵਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਆ। ਬਿਲਕੁਲ ਸਹੀ ਗੱਲ ਹੈ। ਇਹ ਐਡਜਸਟਮੈਂਟਸ ਦੀਆਂ ਹੀ ਗੱਲਾਂ ਨੇ, ਐਡਜਸਟਮੈਂਟ ਹੋਣੀ ਚਾਹੀਦੀ ਹੈ। ਕਿਉਂਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ, ਆਮ ਹੀ ਕਹਾਵਤ ਹੈ ਇੱਕ ਵੀ ਇਕੱਲਾ ਬੰਦਾ ਕਦੇ ਵੀ ਕੁਝ ਨਹੀਂ ਕਰ ਸਕਦਾ, ਜਾਂ ਇਕੱਲੇ ਤੁਸੀਂ ਕਦੇ ਵੀ ਵੱਡੇ ਨਹੀਂ ਹੁੰਦੇ, ਹੈ ਨਾ। ਬਿਲਕੁਲ। ਪਰ ਜੇ ਅਗਰ ਕੋਈ ਕੁੜੀ ਮਤਲਬ ਆਪਣੀ ਪਛਾਣ ਭੁਲਾ ਕੇ ਨਹੀਂ ਜਿਉਣਾ ਚਾਹੁੰਦੀ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਪੋਰਟ ਕਰਨਾ ਚਾਹੀਦਾ। ਇਕੱਲੀ ਕੁੜੀ ਹੋਈ ਨਹੀਂ, ਕੋਈ ਵੀ ਇਨਸਾਨ ਆ, ਬਿਲਕੁਲ, ਚਾਹੇ ਚਾਹੇ ਉਹ ਤੁਹਾਡਾ ਹਸਬੈਂਡ ਵੀ ਆ, ਤੁਹਾਡਾ ਬ੍ਰਦਰ ਆ, ਜਾਂ ਕੋਈ ਵੀ ਤੁਹਾਡੀ ਫੈਮਿਲੀ ਦਾ ਕੋਈ ਵੀ ਮੈਂਬਰ ਆ, ਜੇ ਉਹ ਚਾਹੁੰਦਾ ਹੈ ਕਿ ਜੋ ਉਹਦੀ ਪਛਾਣ ਪਿੱਛੇ ਸੀਗੀ ਤਾਂ ਉਸੇ ਪਛਾਣ ਦੇ ਨਾਲ ਉਹ ਅੱਗੇ ਜਿਉਵੇ, ਅੱਗੇ ਕੰਮ ਕਰੇ, ਹੈ ਨਾ, ਤਾਂ ਮੈਨੂੰ ਲੱਗਦਾ ਕਿ ਉਸ ਡਿਸੀਜਨ ਦੀ ਸਾਨੂੰ ਰਿਸਪੈਕਟ ਵੀ ਕਰਨੀ ਚਾਹੀਦੀ ਆ। ਅਤੇ ਸਿਰਫ ਇੰਨਾ ਕਹਿ ਦੇਣਾ ਹੀ ਕਾਫੀ ਨਹੀਂ ਹੁੰਦਾ ਕਿ ਤੁਸੀਂ ਕਰ ਲਓ, ਹੈ ਨਾ। ਉਹਦੇ ਲਈ ਉਹਦਾ ਸਟਰਗਲ ਤਾਂ ਇੱਕ ਅਲੱਗ ਚੱਲਣਾ ਹੀ ਚੱਲਣਾ, ਅਤੇ ਉਹਦੇ ਨਾਲ ਨਾਲ ਮੈਨੂੰ ਲੱਗਦਾ ਕਿ ਤੁਹਾਡਾ ਵੀ ਇੱਕ ਸਟਰਗਲ ਹੁੰਦਾ ਘਰੇ, ਕਿ ਤੁਸੀਂ ਬੈਕ ਦਾ ਐਂਡ ਰਹਿ ਕੇ ਤੁਸੀਂ ਉਹਨਾਂ ਨੂੰ ਬਾਕੀ ਚੀਜ਼ਾਂ 'ਚ ਸਪੋਰਟ ਕਰ ਰਹੇ ਹੋ, ਤਾਂ ਕਿ ਉਹ ਫਰੀਲੀ ਬਾਹਰ ਜਾ ਕੇ ਜਾਂ ਉਹਨਾਂ ਕੁ ਟਾਈਮ ਉਹ ਕੱਢ ਸਕਣ ਕਿ ਪੜ੍ਹ ਵੀ ਰਹੇ ਨੇ, ਉਹ ਕੰਮ ਵੀ ਕਰ ਰਹੇ ਨੇ, ਅਤੇ ਨਾਲ ਦੀ ਨਾਲ ਉਹ ਫੈਮਿਲੀ ਨੂੰ ਵੀ ਦੇਖ ਰਹੇ ਨੇਗੇ। ਇਸ ਬਹੁਤ ਵੱਡਾ ਕ੍ਰਾਈਸਿਸ ਆ ਵੀ ਆਪਣੀ ਪਛਾਣ ਨੂੰ ਭੁੱਲ ਕੇ ਜਿਉਣਾ, ਅਤੇ ਇਹਦੇ 'ਤੇ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਜਦੋਂ ਕੋਈ ਤੁਹਾਡੀ ਪਛਾਣ ਖੋਹਣ ਦੀ ਕੋਸ਼ਿਸ਼ ਕਰਦਾ ਆ? ਇਸ ਤੋਂ ਇੱਕ ਬਹੁਤ ਕਿੱਸਾ ਮੈਨੂੰ ਯਾਦ ਆਉਂਦਾ, ਪਛਾਣ ਵਾਲੀ ਗੱਲ। ਜਦੋਂ ਮੈਂ ਐਜ਼ ਅ ਸਟੂਡੈਂਟ ਗਈ ਨਾ ਜੀ ਇੱਥੋਂ ਜੋਬ ਛੱਡ ਕੇ, ਅਤੇ ਇੱਥੇ ਹੁਣ ਆਦਤ ਆਪਣੇ ਆਪ ਨੂੰ ਇੰਟਰੋਡਿਊਸ ਕਰਨ ਦੀ ਪਈ ਹੋਈ ਸੀਗੀ ਕਿ ਆਈ ਐਮ ਡਾਕਟਰ ਰਤਨ ਵਿਰਕ ਐਂਡ ਸੋ ਐਂਡ ਸੋ। ਅਤੇ ਮੈਂ ਆਪਣੇ ਸਾਡੇ ਪ੍ਰੋਫੈਸਰ ਸੀਗੇ ਇੱਕ ਗੋਰਾ, ਉਹ ਵੈਸੇ ਇੰਡੀਅਨਸ ਤੋਂ ਬੜਾ ਚਿੜਦਾ ਸੀ। ਮੈਨੂੰ ਬਾਅਦ 'ਚੋਂ ਪਤਾ ਲੱਗਿਆ, ਮੈਂ ਪ੍ਰੋਫੈਸਰ ਦਾ ਨਾਮ ਨਹੀਂ ਲੈਣਾ। ਅਤੇ ਮੈਂ ਦਰਵਾਜ਼ਾ ਖੋਲ੍ਹਿਆ ਐਂਡ ਮੇਰੀ ਪਹਿਲੀ ਮੁਲਾਕਾਤ ਸੀ ਉਸ ਪ੍ਰੋਫੈਸਰ ਦੇ ਨਾਲ। ਮੈਨੂੰ ਤੀਜਾ ਚੌਥਾ ਦਿਨ ਆਸਟ੍ਰੇਲੀਆ 'ਚ ਹਜੇ ਗਿਆ ਨੂੰ ਹੋਏ ਨੂੰ। ਮੈਂ ਦਰਵਾਜ਼ਾ ਖੋਲ੍ਹਿਆ, ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ, ਮੈਂ ਕਿਹਾ ਆਈ ਐਮ ਡਾਕਟਰ ਰਤਨ। ਉਹ ਮੇਰੇ ਮਗਰ ਪੈ ਗਿਆ। ਉਹ ਕਹਿੰਦਾ ਯੂ ਆਰ ਨੋ ਮੋਰ ਅ ਡਾਕਟਰ ਹੀਅਰ, ਯੂ ਆਰ ਨੋਟ ਪ੍ਰੈਕਟਿਸਿੰਗ। ਮੈਨੂੰ ਬੜਾ ਧੱਕਾ ਲੱਗਿਆ। ਮੈਂ ਕਿਹਾ ਹੱਦ ਹੋ ਗਈ, ਮੈਂ ਹਾਂ ਤਾਂ ਡਾਕਟਰ ਹੀ ਵੀ ਨਹੀਂ, ਚਲੋ ਮੈਂ ਐਜ਼ ਅ ਸਟੂਡੈਂਟ ਆਈ ਹਾਂ ਤਾਂ ਕੋਈ ਗੱਲ ਥੋੜ੍ਹੀ ਬਣਦੀ ਹੈ। ਮੈਂ ਉਸ ਟਾਈਮ 'ਤੇ ਤਾਂ ਚੁੱਪ ਹੋ ਕੇ ਮੈਂ ਬਾਹਰ ਆ ਗਈ। ਮੈਂ ਮੈਡੀਕਲ ਆਪਣੀ ਜਿਹੜੀ ਉੱਥੋਂ ਦੀ ਕੌਂਸਲ ਆਸਟ੍ਰੇਲੀਆ ਨੂੰ ਫੋਨ ਕੀਤਾ। ਮੈਂ ਕਿਹਾ ਜੀ ਮੈਂ ਆਪਣੇ ਨਾਮ ਦੇ ਮੂਹਰੇ ਡਾਕਟਰ ਨਹੀਂ ਲਾ ਸਕਦੀ ਇੱਥੇ ਆਸਟ੍ਰੇਲੀਆ ਦੇ ਵਿੱਚ। ਉਹ ਵੀ ਮੈਂ ਐਗਜ਼ਾਮ ਨਹੀਂ ਕਲੀਅਰ ਕੀਤਾ ਹਾਲੇ, ਆਈ ਐਮ ਅ ਸਟੂਡੈਂਟ। ਤਾਂ ਉਹ ਕਹਿੰਦੇ ਕਿ ਯੈਸ ਯੂ ਕੈਨ, ਇਟਸ ਅ ਪ੍ਰੋਟੈਕਟਡ ਟਾਈਟਲ, ਕਿ ਤੁਹਾਡੇ ਤੋਂ ਤੁਹਾਡਾ ਕੋਈ ਟਾਈਟਲ ਨਹੀਂ ਖੋ ਸਕਦਾ। ਅਤੇ ਮੈਂ ਕਿਹਾ ਤੁਸੀਂ ਮੈਨੂੰ ਰਿਟਨ 'ਚ ਲਿਖ ਕੇ ਦੇ ਸਕਦੇ ਹੋ ਇਹ ਗੱਲ? ਕਹਿੰਦੇ ਹਾਂ, ਜਿੰਨਾ ਚਿਰ ਤੁਸੀਂ ਕਹਿੰਦੇ ਆਪਣੇ ਆਪ ਨੂੰ ਪ੍ਰੈਕਟਿਸਿੰਗ ਡਾਕਟਰ ਨਹੀਂ ਕਹਿੰਦੇ, ਤੁਸੀਂ ਕੁਛ ਵਾਇਲੇਟ ਨਹੀਂ ਕਰ ਰਹੇ। ਤੁਸੀਂ ਐਂ ਤਾਂ ਨਹੀਂ ਕਹਿ ਰਹੇ ਵੀ ਮੈਂ ਪ੍ਰੈਕਟਿਸ ਕਰ ਰਹੀ ਹਾਂ, ਤੁਸੀਂ ਕਿਸੇ ਨੂੰ ਦਵਾਈ ਨਹੀਂ ਲਿਖ ਕੇ ਦੇ ਰਹੇ, ਤੁਸੀਂ ਕੁਛ ਨਹੀਂ ਕਰ ਰਹੇ, ਤੁਸੀਂ ਆਪਣੇ ਨਾਮ ਦੇ ਮੂਹਰੇ ਡਾਕਟਰ ਸਾਰੀ ਉਮਰ ਲਾ ਸਕਦੇ ਹੋ। ਅਤੇ ਮੈਂ ਕਿਹਾ ਤੁਸੀਂ ਮੈਨੂੰ ਰਿਟਨ 'ਚ ਲਿਖ ਕੇ ਦਿਓ ਇਹ। ਉਹਨਾਂ ਨੇ ਮੈਨੂੰ ਰਿਟਨ 'ਚ ਲਿਖ ਕੇ ਦੇ ਦਿੱਤਾ, ਅਤੇ ਮੈਂ ਉਹ ਚੁੱਪ ਕਰਕੇ ਜਾ ਕੇ ਉਹਦੇ ਪ੍ਰੋਫੈਸਰ ਦੇ ਮੂਹਰੇ ਰੱਖਤਾ। ਔਰ ਉਹ 2 ਸਾਲ ਪ੍ਰੋਫੈਸਰ ਮੈਨੂੰ ਕੁਛ ਨਹੀਂ ਬੋਲਿਆ। ਔਰ ਆਲਦੋ ਮੈਂ ਕਿਹਾ ਹੁਣ ਜਿੰਨਾ ਚਿਰ ਮੈਂ ਇੱਥੇ ਸਟੂਡੈਂਟ ਹਾਂ, ਮੈਂ ਆਪਣੇ ਨਾਮ ਦੇ ਮੂਹਰੇ ਲਿਖੂੰਗੀ ਨਹੀਂ। ਮੈਂ ਫॉर योर ਰਿਸਪੈਕਟ ਵੀ ਤੂੰ ਮੈਨੂੰ ਕਿਹਾ ਸੀ, ਬਟ ਯੈਸ ਆਈ ਕੈਨ ਯੂਜ਼। ਔਰ ਉਸ ਤੋਂ ਪਿੱਛੋਂ ਮੈਂ ਸੋਚਿਆ, ਮੈਂ ਕਿਹਾ ਮੈਂ ਅੱਜ ਕੱਲ੍ਹ ਪ੍ਰੈਕਟਿਸ ਨਹੀਂ ਕਰ ਰਹੀ ਜੀ। ਮੈਂ ਉਦੋਂ ਪਿੱਛੋਂ 5-7 ਸਾਲ ਮੈਂ ਆਪਣੀ ਰੀਹੈਬ ਦੀ ਪ੍ਰੈਕਟਿਸ ਕੀਤੀ ਹੈ। ਮੈਂ ਕੈਰੀਅਰ ਬ੍ਰੇਕ ਲਿਆ ਸੀਗਾ। ਹੁਣ ਹਜੇ ਮੈਂ ਪ੍ਰੈਕਟਿਸ ਨਹੀਂ ਕਰ ਰਹੀ, ਕੈਰੀਅਰ ਬ੍ਰੇਕ 'ਤੇ ਹੀ ਹਾਂ, ਅਤੇ ਬਿਜ਼ਨਸ ਸੰਭਾਲ ਰਹੀ ਹਾਂ, ਬਿਜ਼ਨਸ ਪਾਰਟ 'ਚ ਹਾਂ, ਅਤੇ ਹੋਰ ਸੋਸ਼ਲ ਵਰਕ ਕਰ ਰਹੀ ਹਾਂ। ਅਤੇ ਮੈਂ ਉਦੋਂ ਹੀ ਸੋਚ ਲਿਆ ਸੀ, ਮੈਂ ਕਿਹਾ ਪ੍ਰੈਕਟਿਸ ਮੈਂ ਕਰਾਂ ਚਾਹੇ ਮੈਂ ਨਾ ਕਰਾਂ, ਪਰ ਮੈਂ ਆਪਣੇ ਨਾਮ ਦੇ ਮੂਹਰੋਂ ਡਾਕਟਰ ਕਦੇ ਨਹੀਂ ਹਟਾਉਣਾ, ਬਿਕੋਜ਼ ਦੈਟ ਆਈ ਹੈਵ ਅਰਨਡ। ਬਿਲਕੁਲ। ਐਂਡ ਦੈਟ ਇਜ਼ ਮਾਈ ਪ੍ਰੋਟੈਕਟਡ ਟਾਈਟਲ। ਜੇ ਔਰ ਮੈਨੂੰ ਕਦੇ ਕੋਈ ਕੁਛ ਕਹੂਗਾ ਵੀ ਨਾ, ਤਾਂ ਆਹ ਲੈਟਰ ਮੇਰੇ ਕੋਲ ਹੈਗੀ ਹੈ ਫॉर ਲਾਈਫ ਟਾਈਮ, ਕਿ ਆਈ ਕੈਨ ਯੂਜ਼ ਡਾਕਟਰ ਟਾਈਟਲ ਵਿਚ ਆਈ ਹੈਵ ਅਰਨਡ ਵੈਰੀ ਹਾਰਡ। ਸੋ ਇਹ ਮੇਰੀ ਇੱਕ ਸਲਾਹ ਹੈ ਸਾਰਿਆਂ ਨੂੰ, ਕਿ ਤੁਸੀਂ ਜੋ ਚੀਜ਼ ਆਪਣੀ ਮਿਹਨਤ ਨਾਲ ਕਮਾਈ ਹੈ ਨਾ, ਉਹਦੇ ਪਿੱਛੇ ਤੁਸੀਂ ਉਹਨੂੰ ਲੜਾਈ ਕਰੋ, ਤੁਸੀਂ ਉਹਨੂੰ ਜਾਓ ਉੱਥੋਂ ਤੱਕ, ਕਿ ਜਿਹੜਾ ਚੀਜ਼ ਤੁਸੀਂ ਕਮਾਈ ਤੁਹਾਡੇ ਤੋਂ ਤੁਹਾਡੀ ਵਿੱਦਿਆ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ, ਤੁਹਾਡੀ ਨੌਲੇਜ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ। ਸੋ ਤੁਸੀਂ ਮਿਹਨਤ ਕਰੋ। ਤੁਸੀਂ ਕਰੀਅਰ ਆਪਣਾ ਕਮਾਇਆ, ਚਾਹੇ ਉਹ ਮੁੰਡਾ ਚਾਹੇ ਕੁੜੀ ਹੈ, ਤੁਸੀਂ ਕਿਸੇ ਵੀ ਦੇਸ਼ 'ਚ ਜਾਂਦੇ ਹੋ, ਤੁਸੀਂ ਅੱਜ ਚਾਹੇ ਆਪਣੀ ਐਜੂਕੇਸ਼ਨ ਤੋਂ ਥੱਲੇ ਦੀ ਜੌਬ ਕਰਦੇ ਹੋ, ਲੇਕਿਨ ਜੇ ਤੁਸੀਂ ਮਿਹਨਤ ਪਰਸਿਸਟੈਂਸੀ ਨਾਲ ਕੰਮ ਕਰਦੇ ਰਹੋਗੇ, ਤੁਸੀਂ ਉੱਥੇ ਪਹੁੰਚ ਜਾਓਗੇ ਇੱਕ ਦਿਨ। ਜਾਂ ਤਾਂ ਤੁਸੀਂ ਪੀਸ ਕਰ ਲਓ ਆਪਣੇ ਆਪ ਨਾਲ ਕਿ ਮੈਂ ਇੱਥੇ ਖੁਸ਼ ਹਾਂ, ਮੈਂ ਨਹੀਂ ਕਰਨਾ, ਆਈ ਐਮ ਹੈਪੀ। ਪਰ ਜੇ ਤੁਸੀਂ ਅੰਦਰ ਹੀ ਅੰਦਰ ਕੁੜ ਰਹੇ ਹੋ ਕਿ ਮੈਂ ਕੀ ਕੀਤਾ ਸੀ, ਮੈਂ ਕੀ ਕਰਨਾ ਸੀ, ਮੈਂ ਕਿੱਥੇ ਆ ਗਿਆ, ਮੈਂ ਕੀ ਕਰੀ ਜਾਂਦਾ, ਦੈਨ ਯੂ ਹੈਵ ਟੂ ਸਟਰਾਈਵ ਫॉर ਦੈਟ। ਬਿਲਕੁਲ। ਜੋ ਤੁਸੀਂ ਕਰਨਾ ਚਾਹੁੰਦੇ ਹੋ ਉੱਥੇ ਕਰੋ।
ਅਗਰ ਨਹੀਂ ਤਾਂ ਫਿਰ ਤੁਸੀਂ ਪੀਸ ਕਰ ਲਓ ਆਪਣੇ ਅੰਦਰ ਨਾਲ। ਸੋ ਦੋ ਹੀ ਰਸਤੇ ਨੇ, ਜਾਂ ਤਾਂ ਆਪਣੇ ਆਪ ਨਾਲ ਪੀਸ ਕਰ ਲਓ ਕਿ ਹਾਂ ਮੈਂ ਖੁਸ਼ ਹਾਂ ਮੈਂ ਜੋ ਕਰ ਰਿਹਾ, ਨਹੀਂ ਤਾਂ ਜੋ ਤੁਸੀਂ ਕੀਤਾ, ਜੋ ਤੁਸੀਂ ਪੜ੍ਹਿਆ, ਜੋ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਉਹਨੂੰ ਸਟਰਾਈਵ ਕਰੋ। ਅੱਜ ਨਹੀਂ ਤਾਂ ਕੱਲ ਤੁਹਾਨੂੰ ਮਿਲ ਜਾਏਗਾ, ਲੇਕਿਨ ਮਿਲੇਗਾ ਜ਼ਰੂਰ। ਪਰ ਇਹ ਨਹੀਂ ਹੈ ਕਿ ਤੁਸੀਂ ਕਹੋ ਵੀ ਅੱਜ ਮੈਂ ਇੱਥੋਂ ਉੱਠ ਕੇ ਚਲਾ ਗਿਆ ਤੇ ਮੇਰੇ ਵਾਸਤੇ ਉੱਥੇ ਧਰਿਆ ਹੋਇਆ ਤੇ ਮੈਨੂੰ ਮਿਲ ਜਾਣਾ। ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਦੇਸ਼ ਚਾਹੇ ਕੋਈ ਹੈ। ਇੱਕ ਤਾਂ ਚਲੋ ਇਹ ਇੱਕ ਪਾਸਾ ਹੋ ਗਿਆ ਕਿ ਅਗਰ ਕੋਈ ਖਾਸ ਤੌਰ ਤੇ ਚਲੋ ਆਪਾਂ ਕੁੜੀਆਂ ਦੀ ਗੱਲ ਕਰ ਰਹੇ ਹਾਂ ਹੈ ਨਾ, ਕਿ ਕੋਈ ਕੁੜੀ ਪੜ੍ਹੀ ਲਿਖੀ ਹੈ ਤੇ ਅੱਗੇ ਜਾ ਕੇ ਵੀ ਉਹ ਪੜ੍ਹਨਾ ਚਾਹੁੰਦੀ ਹੈ ਤੇ ਉਹੀ ਰਿਪਿਊਟਡ ਡੈਜ਼ਿਗਨੇਸ਼ਨ ਤੇ ਉਹ ਕੰਮ ਕਰਨਾ ਚਾਹੁੰਦੀ ਹੈ ਤੇ ਪਰਿਵਾਰ ਦਾ ਰੋਲ ਜਾਂ ਉਹਦਾ ਰੋਲ ਕੀ ਹੋਣਾ ਚਾਹੀਦਾ ਨਾ। ਪਰ ਇੱਕ ਪਾਸੇ ਇਹ ਵੀ ਹੈਗਾ ਕਿ ਅਸੀਂ ਸਿਰਫ ਉਸ ਗੱਲ ਤੇ ਝੁਰਦੇ ਹੀ ਰਹਿੰਦੇ ਹਾਂ ਵੀ ਮੈਂ ਕਿੰਨਾ ਪੜ੍ਹੀ ਸੀ, ਮੈਂ ਕਿੰਨਾ ਕੰਮ ਕੀਤਾ ਸੀਗਾ। ਪਰ ਕਈ ਵਾਰੀ ਜਿਵੇਂ ਹੁਣ ਆਪਾਂ ਆਪਣੇ ਮੁਲਕ ਛੱਡ ਕੇ ਦੂਜੇ ਕਿਸੇ ਮੁਲਕ ਦੇ ਵਿੱਚ ਜਾਂਦੇ ਹਾਂ ਤਾਂ ਕਈ ਵਾਰ ਸਾਨੂੰ ਸੱਭਿਆਚਾਰਕ ਧੱਕਾ ਵੀ ਲੱਗਦਾ ਆ ਜੀ। ਉੱਥੇ ਸਾਨੂੰ ਬੋਲੀ ਦੀ ਵੀ ਦਿੱਕਤ ਆ ਸਕਦੀ। ਇਹ ਜ਼ਰੂਰੀ ਨਹੀਂ ਵੀ ਜੇ ਕੋਈ ਮਾਸਟਰਸ ਕਿਸੇ ਨੇ ਕੀਤੀ ਹੋਈ ਆ ਤਾਂ ਉਹਦੀ ਇੰਗਲਿਸ਼ ਬਹੁਤ ਜ਼ਿਆਦਾ ਫਲੂਐਂਟ ਹੋਊਗੀ ਹੈ ਨਾ, ਇਹ ਵੀ ਕੋਈ ਕੰਡੀਸ਼ਨ ਨਹੀਂ ਆ ਕਿ ਜੇ ਤੁਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ ਤਾਂ ਇਹਦਾ ਮਤਲਬ ਕਿ ਤੁਹਾਨੂੰ ਹਰ ਤਰ੍ਹਾਂ ਦੀ ਭਾਸ਼ਾ ਵੀ ਆਉਂਦੀ ਹੋਊਗੀ ਹੈ ਨਾ। ਤਾਂ ਉਹ ਕਈ ਵਾਰੀ ਬਹੁਤ ਜ਼ਿਆਦਾ ਜੱਕ ਜਾਂਦੇ ਨੇ ਕਿ ਮੈਂ ਬਾਹਰ ਜਾ ਕੇ ਗੱਲ ਕਿਵੇਂ ਕਰਾਂ, ਮੈਂ ਬਾਹਰ ਕਿਵੇਂ ਜਾਵਾਂ, ਕਿਵੇਂ ਲੋਕਾਂ ਨੂੰ ਮਿਲਾਂ ਹੈ ਨਾ। ਕਈ ਵਾਰੀ ਫੈਮਿਲੀ ਸਪੋਰਟ ਵੀ ਹੁੰਦੀ ਆ ਪਰ ਉਹ ਆਪ ਹੀ ਇੰਨੇ ਜ਼ਿਆਦਾ ਆਪਾਂ ਕੀ ਕਹਿ ਸਕਦੇ ਹਾਂ ਕਿ ਸਟੱਕ ਹੋ ਜਾਂਦੇ ਨੇ ਕਿ ਮੈਂ ਕਰਨਾ ਹੀ ਨਹੀਂ ਆ, ਜਾਂ ਡੀਮੋਰਲਾਈਜ਼ ਹੋ ਜਾਂਦੇ ਨੇ ਵੀ ਮੈਂ ਕਿਵੇਂ ਕਰਾਂ, ਕਿਵੇਂ ਲੋਕਾਂ ਨਾਲ ਗੱਲ ਕਰਾਂ, ਮੇਰੇ ਬਾਰੇ ਸਾਰੇ ਕੀ ਸੋਚਣਗੇ। ਉੱਥੇ ਕੀ ਡਿਸੀਜਨ ਹੋਣਾ ਚਾਹੀਦਾ ਵੀ ਸਾਨੂੰ ਕਿਵੇਂ, ਇੱਕ ਤਾਂ ਇਹ ਚੀਜ਼ ਕਲੀਅਰ ਕਰੋ ਕਿ ਜਦੋਂ ਅਸੀਂ ਇੱਧਰੋਂ ਜਾਂਦੇ ਹਾਂ ਕਿ ਸਾਨੂੰ ਪਹਿਲਾਂ ਚੈਲੰਜ ਕੀ ਲੱਗਦੇ ਨੇ, ਸਾਡੇ ਲਈ ਕੀ ਚੈਲੰਜ ਹੋ ਸਕਦੇ ਨੇਗੇ। ਦੂਸਰਾ ਮਤਲਬ ਨੈਚੁਰਲ ਸਰਵਾਈਵ ਦੇ ਲਈ, ਤੇ ਦੂਸਰਾ ਅਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਡਿਸਕਵਰ ਕਿਵੇਂ ਕਰਨਾ ਹੈ ਜਾਂ ਉੱਥੇ ਜਾ ਕੇ ਆਪਣੇ ਆਪ ਨੂੰ ਸੋਸ਼ਲ ਕਿਵੇਂ ਕਰਨਾ ਹੈ। ਜਾਣ ਦੇ ਤਾਂ ਦੋ ਤਰੀਕੇ ਨੇ, ਜਾਂ ਤਾਂ ਆਪਾਂ ਐਜੂਕੇਸ਼ਨ ਬੇਸ ਤੇ ਜਾਂਦੇ ਪੜ੍ਹਨ ਜਾਂਦੇ ਹਾਂ, ਜਾਂ ਆਪਾਂ ਵਿਆਹ ਕਰਵਾ ਕੇ ਜਦੋਂ ਜਾਂਦੇ ਹਾਂ। ਜਦੋਂ ਆਪਾਂ ਵਿਆਹ ਕਰਵਾ ਕੇ ਜਾਂਦੇ ਹਾਂ ਆਪਣੇ ਕੋਲ ਟਾਈਮ ਹੁੰਦਾ ਆਪਣੇ ਆਪ ਨੂੰ ਐਕਸਪਲੋਰ ਕਰਨ ਦਾ, ਪਹਿਲਾਂ ਵੀ ਮੈਂ ਫਲਾਣੇ ਦੇਸ਼ 'ਚ ਜਾ ਰਿਹਾ ਅਤੇ ਉਹ ਤੁਹਾਡੇ ਕੋਲ ਤੁਹਾਡਾ ਫਿਆਂਸੇ ਤੁਹਾਨੂੰ ਥੋੜ੍ਹੇ ਜਿਹੇ ਹੈਡਸ ਅਪ ਦੇ ਦਿੰਦਾ ਵੀ ਹਾਂਜੀ ਆਪਾਂ ਆਹ ਕੁਛ ਕਰ ਸਕਦੇ ਹਾਂ। ਥੋੜ੍ਹਾ ਜਿਹਾ ਤੁਹਾਨੂੰ ਆਈਡੀਆ ਪਹਿਲਾਂ ਹੁੰਦਾ ਉਸ ਕੇਸ ਦੇ ਵਿੱਚ। ਜਦੋਂ ਤੁਸੀਂ ਸਟੱਡੀ ਬੇਸ 'ਤੇ ਜਾਂਦੇ ਹੋ ਉਦੋਂ ਵੀ ਤੁਹਾਡੇ ਕੋਲ ਥੋੜ੍ਹਾ ਜਿਹਾ ਐਕਸਪਲੋਰ ਕਰਨ ਦਾ, ਪਹਿਲਾਂ ਜਿੱਥੇ ਤੁਸੀਂ ਬੈਠੇ ਹੋ ਉੱਥੋਂ ਐਕਸਪਲੋਰ ਕਰਕੇ ਜਾਓ ਵੀ ਮੈਂ ਆਹ ਪੜ੍ਹਾਈ ਕਰਨ ਜਾ ਰਿਹਾ, ਇਹਦੇ ਅੱਗੇ ਮੈਨੂੰ ਆਹ ਮੇਰੇ ਉੱਥੇ ਜਾ ਕੇ ਰਸਤੇ ਖੁੱਲ੍ਹਣਗੇ। ਤੁਸੀਂ ਆਪਣਾ ਹੋਮਵਰਕ ਪਹਿਲਾਂ ਕਰਕੇ ਜਾਓ ਇਨ ਬੋਥ ਸਿਚੁਏਸ਼ਨਸ ਵੀ ਮੈਂ ਇਸ ਦੇਸ਼ ਦੇ ਵਿੱਚ ਜਾ ਰਿਹਾ, ਆਹ ਮੇਰੇ ਉੱਥੇ ਕਰੀਅਰ ਆਪਸ਼ਨਸ ਹੋਣਗੇ ਅਤੇ ਇਹ ਪੜ੍ਹਾਈ ਮੈਂ ਇੱਥੋਂ, ਹੁਣ ਤਾਂ ਅੱਜ ਕੱਲ੍ਹ ਇੰਟਰਨੈਟ 'ਤੇ ਸਾਰਾ ਕੁਛ ਮਿਲ ਜਾਣਾ ਵੀ ਆਹ ਮੇਰਾ ਕਰੀਅਰ ਹੈ, ਆਹ ਮੇਰੀ ਪੜ੍ਹਾਈ ਹੈ ਅਤੇ ਇੱਥੋਂ ਮੈਂ ਹੋਰ ਕੀ ਪੜ੍ਹ ਸਕਦੀ ਹਾਂ ਉੱਥੇ ਜਾ ਕੇ, ਜਾਂ ਮੇਰੀ ਡਿਗਰੀ ਦੀ ਉੱਥੇ ਕੀ ਵੈਲਿਊ ਪੈਣੀ ਹੈ ਅਤੇ ਮੈਨੂੰ ਕੀ ਜੋਬਸ ਮਿਲ ਸਕਦੀਆਂ ਨੇ। ਤੁਸੀਂ ਆਪਣੇ ਫਿਆਂਸੇ ਨੂੰ ਕਹੋ, ਬੋਏ ਔਰ ਗਰਲ ਨੂੰ, ਜਿਹਨੂੰ ਵੀ ਹੈ, ਕਿ ਮੈਨੂੰ ਉੱਥੇ ਪਹਿਲਾਂ ਪਤਾ ਕਰਕੇ ਰੱਖੋ ਜਾਂ ਮੈਨੂੰ ਦੱਸੋ ਜਾਂ ਮੈਂ ਕੀ ਕਰ ਸਕਦੀ ਹਾਂ। ਜੇ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਐਜ਼ ਅ ਸਟੂਡੈਂਟ ਦੇਖੋ ਵੀ ਮੈਂ ਜਿਹੜੀ ਪੜ੍ਹਾਈ ਕਰਨੀ ਹੈ, ਜੇ ਤੁਸੀਂ ਪੜ੍ਹਾਈ ਵਾਸਤੇ ਜਾ ਰਹੇ ਹੋ ਵੀ ਮੈਂ ਅੱਗੇ ਮੇਰੀਆਂ ਜੋਬ ਪਰਸਪੈਕਟਿਵ ਕੀ ਨੇ, ਬਿਲਕੁਲ ਉਸ ਬੇਸ 'ਤੇ। ਅਤੇ ਜੇ ਤੁਹਾਨੂੰ ਉੱਥੋਂ ਵੀ ਨਹੀਂ ਕੁਛ ਪਤਾ ਲੱਗ ਰਿਹਾ ਵੀ ਕੀ ਹੈ, ਤੁਸੀਂ ਉੱਥੇ ਜਾਓ, ਥੋੜ੍ਹਾ ਕਲਚਰ ਨੂੰ ਅਡੈਪਟ ਕਰੋ। ਉੱਥੇ ਸੋਸ਼ਲ ਗਰੁੱਪਸ ਬਣੇ ਹੁੰਦੇ ਨੇ, ਤੁਸੀਂ ਯੂਨੀਵਰਸਿਟੀ 'ਚ ਜਾਓ, ਯੂਨੀਵਰਸਿਟੀ ਦੇ ਵਿੱਚ ਅੱਗੇ ਆਪਣੇ ਆਪ ਨੂੰ ਗਰੁੱਪਸ ਦੇ ਨਾਲ ਐਸੋਸੀਏਟ ਕਰੋ। ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਮੈਂ ਅੱਗੇ ਹੋਰ ਕੁਛ ਪੜ੍ਹ ਸਕਦੀ ਹਾਂ ਜਾਂ ਮੈਂ ਨਹੀਂ ਕਰ ਸਕਦੀ ਜਾਂ ਕਿਸ ਤਰ੍ਹਾਂ। ਫੋਰ ਐਗਜ਼ਾਮਪਲ ਸੇ ਆਪਾਂ ਫਿਜ਼ੀਓਥੈਰੇਪੀ ਦੀ ਐਸੋਸੀਏਸ਼ਨ ਲੈ ਲਈਏ ਜਾਂ ਕੋਈ ਵੀ ਹੋਰ ਜਿਵੇਂ ਪ੍ਰੋਫੈਸ਼ਨਲ ਐਸੋਸੀਏਸ਼ਨਸ ਹੁੰਦੀਆਂ ਨੇ। ਜਦੋਂ ਆਪਾਂ ਡਿਗਰੀ ਐਸੋਸੀਏਟ ਜਾ ਕੇ ਉੱਥੇ ਆਪਣੀ ਕਰਾਉਂਦੇ ਹਾਂ, ਰਿਕੋਗਨਾਈਜ਼ ਕਰਾਉਂਦੇ ਹਾਂ, ਤਾਂ ਤੁਸੀਂ ਉਹਨਾਂ ਦੀ ਜਿਹੜੀ ਇੱਕ ਪ੍ਰੋਫੈਸ਼ਨਲ ਬੋਡੀ ਹੁੰਦੀ ਹੈ, ਉਹਨਾਂ ਦੀ ਐਸੋਸੀਏਸ਼ਨਸ ਹੁੰਦੀਆਂ ਨੇ, ਉਹ ਤੁਹਾਨੂੰ ਉਹਦੇ ਨਾਲ ਹੁੱਕ ਅਪ ਕਰਾ ਦਿੰਦੇ ਨੇ। ਉਹ ਐਸੋਸੀਏਸ਼ਨਸ ਦੇ ਨਾਲ ਜਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਵਟ ਯੂ ਕੈਨ ਡੂ। ਬਿਲਕੁਲ ਹਰ ਪ੍ਰੋਫੈਸ਼ਨ ਦੀ ਆਪਣੀਆਂ ਐਸੋਸੀਏਸ਼ਨ ਬੋਡੀਜ਼ ਹੁੰਦੀਆਂ ਨੇ, ਉੱਥੋਂ ਉਹਨਾਂ ਤੁਹਾਡੇ ਅੱਗੇ ਚੈਨਲਸ ਖੁੱਲ੍ਹ ਜਾਂਦੇ, ਉਹਦੇ ਨਾਲ ਹੋ ਜਾਂਦਾ। ਪਰ ਉੱਧਰ ਤਾਂ ਇਹੀ ਹੈ ਨਾ ਵੀ ਜੇ ਤੁਸੀਂ ਘਰੋਂ ਨਿਕਲੋਗੇ ਤਾਂ ਹੀ ਤੁਹਾਡਾ ਕੁਝ ਬਣ ਸਕਦਾ। ਉਹੀ ਮੈਂ ਗੱਲ ਕਰਨਾ ਚਾਹੁੰਦੀ ਸੀ ਵੀ ਕਈ ਲੇਡੀ ਆਪਣੇ ਆਪ ਨੂੰ ਇੰਨਾ ਜ਼ਿਆਦਾ ਰਿਸਟ੍ਰਿਕਟ ਕਰ ਲੈਂਦੀਆਂ ਨੇ ਵੀ ਉਹ ਬਾਹਰ ਜਾ ਕੇ ਕਿਵੇਂ ਗੱਲ ਕਰਨਗੀਆਂ, ਕਿਵੇਂ ਉਹ ਕਿਸੇ ਨੂੰ ਮਿਲਣਗੀਆਂ, ਜਾਂ ਉੱਧਰਲਾ ਕਲਚਰ ਉਹ ਨਹੀਂ ਅਡੋਪਟ ਕਰ ਪਾਉਂਦੀਆਂ ਛੇਤੀ ਹੈ ਨਾ, ਜਾਂ ਮਾਹੌਲ ਨਹੀਂ ਉਹ ਅਪਣਾ ਪਾਉਂਦੀਆਂ ਛੇਤੀ, ਤਾਂ ਘਰੋਂ ਬਾਹਰ ਨਿਕਲਣਾ ਹੀ ਬੰਦ ਕਰ ਦਿੰਦੀਆਂ। ਭਾਵੇਂ ਘਰ ਦੇ ਕਿੰਨਾ ਮਰਜ਼ੀ ਪੁਸ਼ ਕਰਦੇ ਰਹਿਣ, ਜਿੰਨੀ ਮਰਜ਼ੀ ਉਹ ਸਪੋਰਟ ਕਰਦੇ ਰਹਿਣ, ਤਾਂ ਮੈਨੂੰ ਲੱਗਦਾ ਇਹ ਤਾਂ ਫਿਰ ਨਿਕਲਣਾ ਹੀ ਪੈਣਾ। ਜੇ ਤੁਸੀਂ ਪ੍ਰੋਫੈਸ਼ਨਲ ਹੋ, ਜੇ ਤੁਸੀਂ ਇੱਥੇ ਵੀ ਜੋਬ ਕਰਦੇ ਹੋ, ਤੁਸੀਂ ਜਾਂਦੇ ਹੋ, ਤੁਹਾਨੂੰ ਉਹ ਤਾਂ ਫਿਰ ਤੁਹਾਨੂੰ ਯੂ ਹੈਵ ਟੂ ਗੋ ਆਊਟ, ਹੈ ਨਾ। ਭਾਵੇਂ ਹਫ਼ਤੇ 'ਚ ਇੱਕ ਦਿਨ ਆ, ਭਾਵੇਂ ਗੁਰਦੁਆਰੇ ਤੋਂ ਜਾਣਾ, ਮੰਦਿਰ ਤੋਂ ਜਾਣਾ ਹੀ ਸ਼ੁਰੂ ਕਰੋ, 2-4 ਬੰਦਿਆਂ ਨੂੰ ਮਿਲੋ। ਉਹ
ਐਟ ਸਮ ਸਰਟਨ ਪੁਆਇੰਟ ਤੁਹਾਨੂੰ ਘਰੋਂ ਬਾਹਰ ਤਾਂ ਨਿਕਲਣਾ ਹੀ ਪੈਣਾ। ਬਿਲਕੁਲ। ਤੇ ਉੱਥੇ ਫਿਰ ਕਈ ਵਾਰੀ ਆਪਾਂ ਇਹ ਵੀ ਡਿਸੀਜਨ ਲੈ ਲੈਂਦੇ ਹਾਂ ਕਿ ਇੱਥੇ ਮੈਨੂੰ ਕੰਫਰਟੇਬਲ ਜਾਂ ਜੌਬ ਮੈਂ ਇਹੀ ਕਰ ਲੈਂਦੀ ਹਾਂ, ਪਰ ਸਾਰੀ ਉਮਰ ਕੁੜਦੇ ਸੀ ਜ਼ਰੂਰ ਰਹਿਣਾ ਕਿ ਮੈਂ ਇੱਧਰ ਆ ਗਈ ਤਾਂ ਮੇਰੀ ਲਾਈਫ ਖਰਾਬ ਹੋ ਗਈ, ਮੈਂ ਇਹ ਜੌਬ ਕਰ ਰਹੀ ਹਾਂ। ਤੁਹਾਨੂੰ ਆਪਣੀ ਕੰਫਰਟ ਜ਼ੋਨ ਚੋਂ ਬਾਹਰ ਤਾਂ ਨਿਕਲਣਾ ਹੀ ਪੈਣਾ। ਬਿਲਕੁਲ। ਆਪਣੀ ਕੰਫਰਟ ਕੋਈ ਵੀ ਚੀਜ਼ ਹੈ, ਤੁਹਾਨੂੰ ਆਪਣੀ ਕੰਫਰਟ ਜ਼ੋਨ ਚੋਂ ਬਾਹਰ ਹੋ ਕੇ ਨਿਕਲਣੀ ਪੈਣੀ ਹੈ। ਐਂਡ ਸੈਕੰਡਲੀ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਹੈ ਵੀ ਤੁਹਾਨੂੰ ਐਟ ਇੱਕ ਸਰਟਨ ਪੁਆਇੰਟ ਤੇ ਆ ਕੇ ਤੁਹਾਨੂੰ ਆਪਣੀ ਲਾਈਫ ਦੇ ਡਿਸੀਜਨਸ ਵੀ ਲੈਣੇ ਪੈਣੇ ਕਿ ਵਟ ਇਜ਼ ਇੰਪੋਰਟੈਂਟ ਫॉर ਯੂ, ਕਿੰਨਾ ਕੁ ਇੰਪੋਰਟੈਂਟ ਹੈ। ਫਿਰ ਜੋ ਤੁਸੀਂ ਫੈਮਿਲੀ 'ਚ ਪੈ ਜਾਂਦੇ ਹੋ, ਫਿਰ ਇੱਕ ਪੁਆਇੰਟ ਆਉਂਦਾ ਤੁਹਾਨੂੰ ਤੁਹਾਡੇ ਬੱਚਿਆਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ। ਹਸਬੈਂਡ ਵਾਈਫ ਤੋਂ ਪਿੱਛੇ ਜਾਂ ਤਾਂ ਦੋਨੇ ਨੂੰ ਤੁਸੀਂ ਬੱਚਿਆਂ ਨੂੰ, ਜੇ ਤੁਹਾਡੇ ਬਜ਼ੁਰਗ ਨਹੀਂ ਹੈਗੇ ਬੱਚੇ ਦੇਖਣ ਨੂੰ ਘਰੇ, ਤੁਹਾਨੂੰ ਬੱਚੇ ਦੋਨੇ ਕੇਅਰ 'ਚ ਪਾਉਣੇ ਪੈਣਗੇ, ਜਾਂ ਫਿਰ ਇੱਕ ਬੰਦੇ ਨੂੰ ਘਰੇ ਰਹਿ ਕੇ ਬੱਚੇ ਦੇਖਣੇ ਪੈਣਗੇ, ਚਾਹੇ ਉਹ ਫਾਦਰ ਦੇਖੇ ਚਾਹੇ ਮਦਰ ਦੇਖੇ। ਫਿਰ ਤੁਹਾਨੂੰ ਲੱਗਦਾ ਕਿ ਨਹੀਂ ਮੇਰੇ ਬੱਚੇ ਸਟਰਗਲ ਕਰ ਰਹੇ ਆ, ਫਿਰ ਮੋਸਟ ਆਫ ਦੀ ਕੇਸਿਸ 'ਚ ਮਦਰ ਨੂੰ ਸਟੈਪ ਬੈਕ ਕਰਨਾ ਪੈਂਦਾ। ਹਾਂਜੀ। ਫਿਰ ਜੇ ਨਹੀਂ ਸਟੈਪ ਬੈਕ ਕਰਦੇ, ਮੈਂ ਆਪਣੀ ਐਗਜ਼ਾਮਪਲ ਲੈਂਦੀ ਹਾਂ। ਮੈਂ ਅਜੇਸ਼ਵਰ ਨੂੰ ਸਟਾਰਟਿੰਗ ਦੇ 4-5 ਸਾਲ ਮੈਂ ਸੁੱਤਾ ਛੱਡ ਕੇ ਜਾਂਦੀ ਸੀ ਤੇ ਜਦੋਂ ਆਉਂਦੀ ਸੀ ਸੁੱਤਾ ਹੀ ਦੇਖਦੀ ਸੀ, ਔਰ ਉਹ ਮੈਨੂੰ 5 ਸਾਲ ਮੇਰੇ ਗਿਲਟ 'ਚ ਹੀ ਨਿਕਲੇ। ਮੈਂ ਰੋਂਦੀ ਨੇ ਜਾਣਾ ਤੇ ਰੋਂਦੀ ਨਹੀਂ ਘਰੇ ਵਾਪਸ ਆਉਣਾ, ਲਿਟਰਲੀ। ਮੈਂ ਦੱਸ ਨਹੀਂ ਸਕਦੀ, ਮੈਂ ਕਹਿਣਾ ਮੈਂ ਹੱਦ ਹੋ ਗਈ, ਕਿਹੋ ਜਿਹਾ ਮੇਰਾ ਕਰੀਅਰ ਹੈ, ਮੈਂ ਕੀਤਾ ਕੀ, ਮੈਂ ਪੜ੍ਹਾਈ ਵੀ ਕਰ ਲਈ, ਮੈਂ ਕਰੀਅਰ ਵੀ ਕਰੀ ਜਾਂਦੀ ਹਾਂ, ਮੈਂ ਜਵਾਕ ਸੁੱਤਾ ਛੱਡ ਜਾਂਦੀ ਹਾਂ, ਸੁੱਤਾ ਹੀ ਮੇਰਾ ਆਉਂਦੀ ਨੂੰ ਸੁੱਤਾ ਹੁੰਦਾ, ਮੈਂ ਬੜਾ ਪਰੇਸ਼ਾਨ ਹੋਣਾ। ਮੈਂ ਕਹਿਣਾ ਹੱਦ ਹੋ ਗਈ, ਮੈਂ ਇਹ ਜਿਹੀ ਪੜ੍ਹਾਈ ਤੋਂ ਕੀ ਕਰਨਾ, ਮੈਂ ਕਰੂੰਗੀ ਵੀ ਕੀ ਜਾ ਕੇ। ਮੈਂ 5 ਸਾਲ ਆਪਣੇ ਆਪ 'ਚ ਮੇਰੀ ਉਲਟੀ ਜੰਗ ਸੀ। ਬਿਲਕੁਲ। ਹਾਂ, ਲੋਕਾਂ ਦੀ ਜੰਗ ਹੁੰਦੀ, ਮੈਂ ਪੜ੍ਹ ਲਿਆ, ਮੈਂ ਕੀ ਕਰਾਂ, ਮੇਰੀ ਉਲਟੀ ਆਪਣੇ ਆਪ ਨਾਲ ਇੱਕ ਜੰਗ ਸੀ। ਫਿਰ ਮੈਨੂੰ ਫਿਰ ਥੋੜਾ ਪਾਰਟ ਟਾਈਮ 'ਚ ਕੀਤਾ, ਫਿਰ ਮੈਨੂੰ ਪ੍ਰਾਈਵੇਟ ਪ੍ਰੈਕਟਿਸ 'ਚ ਕੀਤਾ, ਫਿਰ ਮੈਂ ਅਗਲੇ 5-7 ਸਾਲ ਮੈਂ ਪ੍ਰਾਈਵੇਟ ਪ੍ਰੈਕਟਿਸ ਕੀਤੀ ਕਿ ਮੈਂ ਆਪਣਾ ਘਰੋਂ ਕੰਮ ਕਰਨਾ, ਆਈ ਵਿਲ ਵਰਕ ਫॉर ਮਾਈ ਸੈਲਫ, ਮੈਂ ਬੱਚਿਆਂ ਨੂੰ ਦੇਖਣਾ। ਮੇਰੀਆਂ ਪ੍ਰਾਇੋਰਟੀਜ਼ ਬਦਲ ਗਈਆਂ। ਬਿਲਕੁਲ ਸਹੀ। ਹਾਂ, ਤੁਸੀਂ ਆਪਣੀਆਂ ਪ੍ਰਾਇੋਰਟੀਜ਼ ਬਦਲਣੀਆਂ ਨੇ, ਤੁਸੀਂ ਦੇਖਣਾ ਕਿ ਮੇਰੀਆਂ ਪ੍ਰਾਇੋਰਟੀਜ਼ ਕੀ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਆਪਣੀਆਂ ਪ੍ਰਾਇੋਰਟੀਜ਼ ਸੈੱਟ ਕੀਤੀਆਂ। ਹਰ ਬੰਦੇ ਦੀਆਂ ਆਪਣੀਆਂ ਪ੍ਰਾਇੋਰਟੀਜ਼ ਹੁੰਦੀਆਂ, ਕਿਸੇ ਦੀਆਂ ਕੁਛ ਹੋਣਗੀਆਂ, ਕਿਸੇ ਦੀ। ਮੈਂ ਨਹੀਂ ਕਹਿੰਦੀ ਮੇਰੀਆਂ ਸਹੀ ਹੈ ਜਾਂ ਗਲਤ ਹੈ, ਮੈਂ ਆਪਣੀਆਂ ਪ੍ਰਾਇੋਰਟੀਜ਼ ਦੇਖੀਆਂ। ਸੋ ਤੁਸੀਂ ਆਪਣੇ ਆਪ ਨਾਲ ਪੀਸ ਕਰਨੀ ਹੈ ਕਿ ਤੁਹਾਡੀਆਂ ਪ੍ਰਾਇੋਰਟੀਜ਼ ਕੀ ਨੇ। ਸੋ ਉਹ ਪ੍ਰਾਇੋਰਟੀਜ਼ ਦੇਖੋ ਤੁਸੀਂ ਵੀ ਤੁਹਾਡੀ ਪ੍ਰਾਇੋਰਟੀਜ਼ ਕਿੱਥੋਂ ਤੱਕ, ਕਿੰਨੀ ਪ੍ਰਾਇੋਰਟੀ ਹੈ ਤੁਹਾਡੀ। ਸੋ ਉਹ ਜੇ ਮੈਂ ਕੁੜਦੀ ਰਹਿੰਦੀ, ਹੋ ਸਕਦਾ ਮੈਂ ਕਰੀਅਰ 'ਚ ਹੋਰ ਕਿਸੇ ਪਾਸੇ ਪਤਾ ਨਹੀਂ ਕਿੱਥੇ ਪਹੁੰਚ ਜਾਂਦੀ, ਉਹ ਤਾਂ ਰੱਬ ਨੂੰ ਪਤਾ, ਬਟ ਸ਼ਾਇਦ ਮੈਂ ਆਪਣੇ ਮਨ ਨਾਲ ਪੀਸ ਨਾ ਕਰ ਪਾਉਂਦੀ। ਇਹ ਵੀ ਜ਼ਰੂਰੀ ਹੈ। ਤੁਹਾਨੂੰ ਆਪਣੇ ਆਪ ਨਾਲ ਇੱਕ ਪੀਸ ਕਰਨੀ ਪੈਣੀ ਹੈ। ਉਹ ਮੇਰੀ ਪੜ੍ਹਾਈ ਲਿਖਾਈ ਠੀਕ ਹੈ, ਉਹ ਮੈਥੋਂ ਕੋਈ ਨਹੀਂ ਖੋ ਸਕਦਾ, ਉਹ ਮੇਰੀ ਨੌਲੇਜ, ਉਹ ਮੇਰੀ ਜਿਹੜੀ ਵਿਜ਼ਡਮ ਹੈ ਉਹ ਮੇਰੇ ਕੋਲ ਹੈ, ਉਹ ਉਵੇਂ ਹੀ ਰਹਿਣੀ ਹੈ। ਬਟ ਤੁਹਾਡਾ ਐਕਚੁਅਲ ਤੁਹਾਡਾ ਖਜ਼ਾਨਾ ਕੀ ਹੈ, ਤੁਹਾਡੀ ਫੈਮਿਲੀ ਲਾਈਫ ਤੁਸੀਂ ਕਿੰਨੀ ਕਰਨੀ ਹੈ, ਤੁਹਾਡਾ ਏਮ ਕੀ ਹੈ। ਪੜ੍ਹਾਈ ਇੱਕ ਲੇਡੀ ਕਾਹਦੇ ਪਿੱਛੇ ਕਰਦੀ ਹੈ, ਫੈਮਿਲੀ ਨੂੰ ਸਪੋਰਟ ਪਿੱਛੇ ਕਰਦੀ ਹੈ, ਆਪਣੇ ਆਪ ਨੂੰ ਐਕਸੈਲ ਕਰਨ ਪਿੱਛੇ ਕਰਦੀ ਹੈ। ਉਹ ਤੁਸੀਂ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ, ਪਾਰਟ ਟਾਈਮ ਕਰੋ, ਫੁੱਲ ਟਾਈਮ ਕਰੋ, ਅੱਗੇ ਪਿੱਛੇ ਕਰੋ, ਉਹ ਤੁਹਾਨੂੰ ਕਰਨਾ ਪੈਣਾ। ਆਈ ਥਿੰਕ ਉਹ ਲੇਡੀ ਨੂੰ ਜ਼ਿਆਦਾ ਕਰਨਾ ਪੈਣਾ। ਹਾਂ, ਮੇਨ ਜਿਹੜਾ ਏਮ ਹੈ ਤੁਹਾਡੀ ਆਪਣੀ ਮੈਂਟਲ ਪੀਸ ਹੈ, ਉਹ ਤੁਹਾਨੂੰ ਕਿਵੇਂ ਮਿਲਦੀ ਹੈ, ਦੈਟ ਤੁਹਾਨੂੰ ਉਹ ਲੇਡੀ ਦੇ ਹੱਥ 'ਚ ਹੋਣਾ ਚਾਹੀਦਾ। ਬਿਲਕੁਲ। ਮੇਰਾ ਕੰਟਰੋਲ ਮੇਰੇ ਹੱਥ 'ਚ ਸੀਗਾ ਵੀ ਮੈਂ ਕਿਵੇਂ ਕਰਨਾ। ਇਹ ਕੰਟਰੋਲ ਮੇਰੇ ਹਿਸਾਬ ਨਾਲ, ਮੇਰਾ ਮੈਸੇਜ ਤਾਂ ਇਹ ਹੈ ਵੀ ਇਹ ਡਿਸੀਜਨ ਹੈ ਨਾ ਜਿਹੜਾ, ਇਹ ਲੇਡੀ ਦੇ ਹੱਥ 'ਚ ਹੋਣਾ ਚਾਹੀਦਾ ਵੀ ਉਹਨੇ ਜੌਬ ਕਰਨੀ ਹੈ ਕਿ ਉਹਨੇ ਨਹੀਂ ਕਰਨੀ, ਉਹਨੇ ਫੁੱਲ ਟਾਈਮ ਕਰਨੀ ਹੈ, ਉਹਨੇ ਪਾਰਟ ਟਾਈਮ ਕਰਨੀ ਹੈ, ਉਹਨੇ ਕਰਨੀ ਹੈ ਕਿ ਨਹੀਂ ਕਰਨੀ। ਬਿਲਕੁਲ। ਵੈਸੇ ਤਾਂ ਦੇਖੋ ਪਰਿਵਾਰ ਦੇ ਸਾਰੇ ਹੀ ਜੀ ਇੰਪੋਰਟੈਂਟ ਹੁੰਦੇ ਨੇ, ਤਾਂ ਜਦੋਂ ਤੁਸੀਂ ਘਰੋਂ ਕੁਛ ਕਰਨ ਦੇ ਲਈ ਨਿਕਲਦੇ ਹੋ ਤਾਂ ਸਾਰਿਆਂ ਦੀ ਸਹਿਮਤੀ ਜਾਂ ਸਾਰਿਆਂ ਦੀ ਸਪੋਰਟ ਤੁਹਾਨੂੰ ਹੋਣਾ ਬਹੁਤ ਜ਼ਰੂਰੀ ਆ। ਪਰ ਜੇ ਆਪਾਂ ਗੱਲ ਕਰੀਏ ਕਿ ਉਸ ਪਰਿਵਾਰ ਦੇ ਵਿੱਚ ਸਭ ਤੋਂ ਨਜ਼ਦੀਕ ਤੁਹਾਡਾ ਹਸਬੈਂਡ ਹੁੰਦਾ ਨਾ, ਹਸਬੈਂਡ ਦੇ ਲਈ ਵਾਈਫ ਹੁੰਦੀ ਆ, ਤਾਂ ਪਾਰਟਨਰ ਦੀ ਸਪੋਰਟ ਉੱਥੇ ਕਿਹੋ ਜਿਹੀ ਹੋਣੀ ਚਾਹੀਦੀ ਆ, ਜਾਂ ਉਹਦਾ ਕੀ ਰੋਲ ਹੋਣਾ ਚਾਹੀਦਾ ਉੱਥੇ, ਖਾਸ ਤੌਰ 'ਤੇ ਜੇ ਆਪਾਂ ਪਾਰਟਨਰ ਦੀ ਗੱਲ ਕਰੀਏ? ਦੇਖੋ ਜੀ, ਸਭ ਤੋਂ ਇੰਪੋਰਟੈਂਟ ਰੋਲ ਇੱਕ ਬਾਹਰਲੇ ਦੇਸ਼ ਦੇ ਵਿੱਚ ਹਸਬੈਂਡ ਵਾਸਤੇ ਵਾਈਫ ਤੇ ਵਾਈਫ ਵਾਸਤੇ ਹਸਬੈਂਡ ਹੈ। ਸਭ ਤੋਂ ਨੇੜੇ ਦਾ ਰੋਲ ਤਾਂ ਇਹੀ ਹੈ। ਔਰ ਇੱਕ ਵਿਮਨ ਵਾਸਤੇ, ਇੰਡੀਅਨ ਵਿਮਨ ਵਾਸਤੇ ਖਾਸ ਕਰਕੇ ਹਸਬੈਂਡ ਦੀ ਸਪੋਰਟ ਤੋਂ ਬਿਨਾਂ ਔਨ ਰਿਕਾਰਡ ਮੈਂ ਹੁਣ ਤੁਹਾਨੂੰ ਕਹਿਣਾ ਚਾਹੂੰਗੀ ਕਿ ਬਹੁਤ ਡਿਫਿਕਲਟ ਹੈ। ਜਿੰਨਾ ਚਿਰ ਹਸਬੈਂਡ ਦੀ ਸਪੋਰਟ ਨਹੀਂ ਮਿਲਦੀ ਉਹਨਾਂ ਚਿਰ ਬਹੁਤ ਡਿਫਿਕਲਟ ਹੈ ਇੱਕ ਇੰਡੀਅਨ ਵਿਮਨ ਵਾਸਤੇ ਘਰ ਤੋਂ ਬਾਹਰ ਪੈਰ ਵੀ ਪਾਉਣਾ, ਕੰਮ ਵੀ ਕਰਨਾ ਔਰ ਇੰਡੀਪੈਂਡੈਂਟ ਵੀ ਹੋਣਾ। ਅਸੀਂ ਐਕਸੈਪਟ ਕਰੀਏ ਚਾਹੇ ਨਾ ਕਰੀਏ, ਪਰ ਅੱਜ ਵੀ ਸਾਨੂੰ ਇੰਡੀਅਨ ਵਿਮਨ ਨੂੰ ਸਾਡੀ ਇੰਡੀਪੈਂਡੈਂਸ ਵਾਸਤੇ ਵੀ ਸਾਨੂੰ ਆਪਣੇ ਹਸਬੈਂਡ ਦੀ ਸਪੋਰਟ ਦੀ ਲੋੜ ਹੈ। ਔਖੀ ਜ਼ਰੂਰ ਹੈ ਗੱਲ ਡਾਈਜੈਸਟ ਕਰਨੀ, ਪਰ ਫੈਕਟ ਹੈ। ਔਰ ਚਲੋ ਜੇ ਸਪੋਰਟ ਵੀ ਮਿਲਦੀ ਹੈ ਨਾ, ਤਾਂ ਸਪੋਰਟ ਲੈ ਕੇ ਵੀ ਇੰਡੀਪੈਂਡੈਂਸ ਮਿਲਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ। ਬਿਲਕੁਲ।
ਜੇ ਸਾਨੂੰ ਉਹਨਾਂ ਦੀ ਸਪੋਰਟ ਨਾਲ ਵੀ ਇੰਡੀਪੈਂਡੈਂਸ ਮਿਲਦੀ ਹੈ ਤਾਂ ਚਲੋ ਠੀਕ ਹੈ, ਪਰ ਸਪੋਰਟ ਮਿਲੇ, ਸਪੋਰਟ ਇਜ਼ ਵੈਰੀ ਮਸਟ। ਜੇ ਸਪੋਰਟ ਮਿਲਦੀ ਹੈ ਨਾ ਤਾਂ ਸਪੋਰਟ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਹੁਣ ਜੇ ਸਪੋਰਟ ਨਹੀਂ ਮਿਲੂਗੀ ਤਾਂ ਬੱਚੇ ਉਹੀ ਗੱਲ ਵੀ ਘਰੇ ਆਉਂਦਿਆਂ ਨੂੰ ਬੈਠੇ ਹੋਣਗੇ, ਭਾਂਡੇ ਖਿਲ ਰਹੇ ਆ, ਸਾਰਾ ਘਰ ਖਿਲ ਰਿਹਾ, ਉਹ ਆਉਂਦਿਆਂ ਨੂੰ ਗੱਲ ਪੈ ਜਾਊਗਾ ਵੀ ਤੂੰ ਨਾ ਨੌਕਰੀ ਕਰ। ਜੇ ਸਪੋਰਟ ਮਿਲੀ ਹੈ, ਚਾਹੇ ਜੇ ਘਰ ਖਿਲ ਰਿਹਾ ਵੀ ਹੈ ਤੇ ਜੇ ਹਸਬੈਂਡ ਸਮਾਈਲ ਨਾਲ ਵੈਲਕਮ ਵੀ ਕਰ ਲੂਗਾ ਤਾਂ ਫਟਾਫਟ ਨਾ ਵਾਈਫ ਘਰ ਵੀ ਸੰਭਾਲਣ ਲੱਗ ਜੂਗੀ। ਉਹ ਇੰਨੇ 'ਚ ਖੁਸ਼ ਹੋ ਜੂਗੀ ਵੀ ਮੈਨੂੰ ਮੇਰੇ ਹਸਬੈਂਡ ਨੇ ਸਮਾਈਲ ਕਰਕੇ ਵੈਲਕਮ ਕਰ ਲਿਆ। ਬਿਲਕੁਲ, ਚੀਜ਼ਾਂ ਸੌਖੀਆਂ ਹੋ ਜਾਂਦੀਆਂ, ਸੌਖੀਆਂ ਹੋ ਜਾਂਦੀ। ਤੇ ਜੇ ਉਹੀ ਮੱਥੇ ਤੇ ਤਿਉੜੀ ਪਾ ਕੇ ਉਹਨੂੰ ਘਰੇ ਆਉਂਦੀ ਨੂੰ 2 ਗੱਲਾਂ ਹੀ ਜਲੀਆਂ ਕੱਟੀਆਂ ਸੁਣਨ ਨੂੰ ਮਿਲ ਗਈਆਂ ਤਾਂ ਉਹਦੇ ਸਾਰੇ ਦਿਨ ਦਾ ਕੀਤਾ ਕਿਰਾਇਆ ਵੀ ਖਰਾਬ ਹੋ ਜਾਣਾ। ਹਸਬੈਂਡ ਦੀ ਸਪੋਰਟ ਬਹੁਤ ਜ਼ਿਆਦਾ ਮਸਟ ਹੈ। ਤੇ ਉਹੀ ਜੇ ਆਪਾਂ ਫੈਮਿਲੀ ਸਪੋਰਟ ਦੀ ਗੱਲ ਕਰ ਰਹੇ ਸੀ, ਸਭ ਤੋਂ ਵੱਡੀ ਸਪੋਰਟ ਉਹਨੂੰ ਹਸਬੈਂਡ ਤੋਂ ਮਿਲਣੀ ਚਾਹੀਦੀ ਹੈ। ਤੇ ਜੇ ਹਸਬੈਂਡ ਇੱਕ ਸਪੋਰਟ ਕਰੂਗਾ ਤਾਂ ਉਹ ਲੇਡੀ ਤਾਂ ਜੋ ਮਰਜ਼ੀ ਕਰ ਲੇ। ਬਿਲਕੁਲ। ਜੇ ਉਹਨੂੰ ਘਰੋਂ ਪਹਿਲੀ ਗੱਲ ਤਾਂ ਹਸਬੈਂਡ ਤੋਂ, ਜੇ ਹਸਬੈਂਡ ਸਪੋਰਟ ਕਰ ਰਿਹਾ ਤਾਂ ਬਾਕੀ ਜੀਆਂ ਨੇ ਆਪੇ ਕਰ ਦੇਣੀ ਹੈ। ਬਿਲਕੁਲ ਸਹੀ। ਤਾਂ ਫਿਰ ਨਾ ਉਹਨੂੰ ਸੱਸ ਨੇ ਕੁਝ ਕਹਿਣਾ ਤੇ ਨਾ ਉਹਨੂੰ ਅੱਗੇ ਹੋਰ ਕਿਸੇ ਜੀ ਨੇ ਕੁਝ ਕਹਿਣਾ, ਜੇ ਆਪਾਂ ਫੈਮਿਲੀ 'ਚ ਰਹਿ ਰਹੇ ਹਾਂ ਤਾਂ। ਤੇ ਦੂਸਰੀ ਗੱਲ ਇਹ ਵੀ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹੂੰਗੀ ਵੀ ਜਦੋਂ ਹਸਬੈਂਡ ਸਪੋਰਟ ਕਰਦਾ ਨਾ ਤਾਂ ਵਾਈਫ ਦਾ ਮੋਰਲ ਹੋਰ ਡਬਲ ਹੋ ਜਾਂਦਾ। ਬਿਲਕੁਲ ਸਹੀ ਗੱਲ ਹੈ। ਉਹਦਾ ਮੋਰਲ ਵੀ ਬੂਸਟ ਹੁੰਦਾ। ਸੋ ਮੈਂ ਬਹੁਤ ਲੱਕੀ ਰਹੀ ਹਾਂ ਕਿ ਮੈਨੂੰ ਡਾਕਟਰ ਸਾਹਿਬ ਦੀ ਸਪੋਰਟ ਵੀ ਬਹੁਤ ਮਿਲੀ ਹੈ ਤੇ ਹੁਣ ਵੀ ਮਿਲ ਰਹੀ ਹੈ। ਸੋ ਅਦਰਵਾਈਜ਼ ਨਹੀਂ ਮੈਂ ਕਹਾਂ ਵੀ ਮੈਂ ਆਪਣੀ ਮਰਜ਼ੀ ਨਾਲ ਕਹਾਂ ਵੀ ਮੈਂ ਕੰਮ ਵੀ ਕੀਤਾ ਵੀ ਹੈ, ਜੇ ਮੈਂ ਛੱਡਿਆ ਤਾਂ ਵੀ ਇੱਕ ਸਪੋਰਟ ਹੀ ਹੈ ਪਿੱਛੇ। ਬਿਲਕੁਲ। ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਨਾ ਵੀ ਮੱਝ ਤਾਂ ਕਿੱਲੇ ਤੇ ਹੀ, ਕੀ ਕਹਿੰਦੇ ਹੁੰਦੇ ਕਿੱਲੇ ਦੇ ਜ਼ੋਰ ਤੇ ਹੀ ਰੌਲਾ ਪਾਉਂਦੀ ਹੈ ਟਾਈਪਸ ਹੈ, ਵੀ ਕਿੱਲਾ ਹੀ ਇੱਕ ਫੈਮਿਲੀ ਤੇ ਹਸਬੈਂਡ ਉਹ ਕਿੱਲਾ ਹੀ ਹੋ ਗਿਆ ਨਾ। ਉਹਦੇ ਤੋਂ ਹੁਣ ਆਪਾਂ ਨੂੰ ਸਪੋਰਟ ਦੀ ਜ਼ਰੂਰਤ ਹੈ। ਬਿਲਕੁਲ। ਉਸ ਸਪੋਰਟ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਸਟਰੋਂਗਲੀ ਆਈ ਵੁੱਡ ਸੇ ਇੰਡੀਅਨ ਮੇਲ ਨੂੰ ਕਿ ਜੇ ਤੁਸੀਂ ਆਪਣੀ ਫੈਮਿਲੀ ਨੂੰ ਤਰੱਕੀ ਕਰਨਾ ਦੇਖਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਆਪਣੀ ਪਹਿਲਾਂ ਵਾਈਫ ਨੂੰ ਸਪੋਰਟ ਕਰੋ। ਜੇ ਤੁਸੀਂ ਆਪਣੀ ਵਾਈਫ ਨੂੰ ਸਪੋਰਟ ਕਰੋਗੇ ਇਨ ਐਵਰੀ ਵੇ, ਕੱਲੀ ਫਾਈਨੈਂਸ਼ੀਅਲ ਸਪੋਰਟ ਨਹੀਂ ਵੀ ਮੈਂ ਤੈਨੂੰ ਪੈਸੇ ਦੇ ਤੇ ਉਹ ਸਪੋਰਟ ਨਹੀਂ, ਉਹਨੂੰ ਇਮੋਸ਼ਨਲ ਸਪੋਰਟ ਚਾਹੀਦੀ ਹੈ। ਬਿਲਕੁਲ। ਉਹਨੂੰ ਸਾਈਕੋਲੋਜੀਕਲ ਸਪੋਰਟ ਚਾਹੀਦੀ ਹੈ, ਉਹਨੂੰ ਮੈਂਟਲ ਸਪੋਰਟ ਚਾਹੀਦੀ ਹੈ। ਫਾਈਨੈਂਸ਼ੀਅਲ ਉਹ ਆਪਦੀ ਆਪੇ ਕਰ ਲੂਗੀ। ਬਿਲਕੁਲ। ਉਹਨੂੰ ਫਾਈਨੈਂਸ਼ੀਅਲ ਪੈਸੇ ਦੀ ਸਪੋਰਟ ਨਹੀਂ ਚਾਹੀਦੀ, ਉਹਨੂੰ ਤੁਹਾਡੀ ਮੈਂਟਲ ਸਪੋਰਟ ਚਾਹੀਦੀ ਹੈ। ਉਹ ਤੁਹਾਡੀ ਸਪੋਰਟ ਬਣੂਗੀ ਫਿਰ। ਬਿਲਕੁਲ। ਜੇ ਤੁਸੀਂ ਉਹਦੀ ਸਪੋਰਟ ਅੱਜ ਬਣੋਗੇ ਨਾ ਉਹ ਤੁਹਾਡੀ ਹਰ ਥਾਂ ਤੇ ਸਪੋਰਟ ਬਣੂਗੀ। ਸਹੀ ਗੱਲ। ਸੋ ਆਈ ਥਿੰਕ ਉਹ ਫੈਮਿਲੀ ਉੱਥੋਂ ਹੀ ਸਟਾਰਟ ਹੋ ਗਈ। ਜੇ ਅੱਜ ਉਹ ਤੁਹਾਡੀ ਸਪੋਰਟ ਕਰੂਗੀ, ਕੱਲ ਨੂੰ ਬੱਚੇ ਫਿਰ ਇਹ ਸਾਡੇ ਇੱਥੋਂ ਅੱਜ ਸਟਾਰਟ ਹੋਊਗੀ ਲਈ, ਕੱਲ ਨੂੰ ਬੱਚੇ ਦੇਖਣਗੇ ਕਿ ਸਾਡੇ ਫਾਦਰ ਨੇ ਸਾਡੀ ਮਦਰ ਦੀ ਸਪੋਰਟ ਕੀਤੀ ਹੈ, ਅਸੀਂ ਉਹ ਚੇਂਜ ਕਰਾਂਗੇ ਲਾਈਨ ਨੂੰ, ਤਾਂ ਕੱਲ ਨੂੰ ਉਹੀ ਬੱਚੇ ਅੱਗੇ ਆਪਣੀ ਫੈਮਿਲੀ ਦੀ ਸਪੋਰਟ ਕਰਨਗੇ ਤਾਂ ਉਹ ਅਸੀਂ ਇੱਕ ਚੇਂਜ ਕਰਾਂਗੇ। ਬਿਲਕੁਲ ਸਹੀ। ਉਹ ਚੇਂਜ ਕਰਨ ਦੀ ਜ਼ਰੂਰਤ ਹੈ ਸਾਨੂੰ। ਬਿਲਕੁਲ। ਸੋ ਬਹੁਤ ਸ਼ੁਕਰੀਆ ਕਿ ਆਪਾਂ ਇਸ ਇਸ਼ੂ ਨੂੰ ਟੱਚ ਕੀਤਾ ਤੇ ਕਿਉਂਕਿ ਇਹ ਬਹੁਤ ਵਾਸਟ ਟੌਪਿਕ ਆ, ਇਹਦੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਜਾਂ ਹੋਰ ਬਹੁਤ ਸਾਰੇ ਪਹਿਲੂ ਕੱਢ ਕੇ ਗੱਲ ਕੀਤੀ ਜਾ ਸਕਦੀ ਆ, ਪਰ ਮੈਨੂੰ ਲੱਗਦਾ ਹੈ ਕਿ ਆਪਾਂ ਛੇੜਿਆ ਤਾਂ ਬਹੁਤ ਵੱਡੀ ਗੱਲ ਆ ਤੇ ਇਹਦੇ ਲਈ ਤੁਸੀਂ ਖਾਸ ਤੌਰ ਤੇ ਸਮਾਂ ਕੱਢਿਆ। ਤੁਹਾਡਾ ਬਹੁਤ ਸ਼ੁਕਰੀਆ। ਮੈਂ ਇਹੀ ਸੋਚਦੀ ਹਾਂ ਕਿ ਮੇਰੀਆਂ ਗੱਲਾਂ 'ਚੋਂ ਅਗਰ ਕਿਸੇ ਨੂੰ ਰੱਤੀ ਭਰ ਜਿੰਨਾ ਵੀ ਜੇ ਕੋਈ ਫਾਇਦਾ ਹੁੰਦਾ ਤਾਂ ਬਹੁਤ ਮੇਰੇ ਹਿਸਾਬ ਨਾਲ ਚੰਗੀ ਗੱਲ ਹੋਏਗੀ। ਤੇ ਬਹੁਤ ਤੁਹਾਡਾ ਸ਼ੁਕਰੀਆ ਜੀ ਗੁਰਦੀਪ ਜੀ, ਤੁਸੀਂ ਮੈਨੂੰ ਇਨਵਾਈਟ ਕੀਤਾ ਤੇ ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ। ਤੇ ਬਹੁਤ ਸ਼ੁਕਰੀਆ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਸਨ ਸਾਡੇ ਨਾਲ ਡਾਕਟਰ ਰਤਨਦੀਪ ਕੌਰ ਵਿਰਕ-ਹੋਰੀ। ਇਹਨਾਂ ਦੇ ਨਾਲ ਪਹਿਲੀ ਵਾਰੀ ਅਸੀਂ ਵੀ ਸੋਸ਼ਲ ਦੇ ਕੋਈ ਇੱਦਾਂ ਦਾ ਮੁੱਦਾ ਛੇੜਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਪਿਛਲੇ 2-2.5 ਸਾਲਾਂ ਤੋਂ ਦਿਮਾਗ ਦੇ ਵਿੱਚ ਚੱਲ ਰਿਹਾ ਸੀਗਾ ਕਿ ਇਹਨਾਂ ਜਿਹੜੀਆਂ ਔਰਤਾਂ ਸਾਡੀਆਂ ਪੰਜਾਬ ਤੋਂ ਬਾਹਰ ਰਹਿ ਰਹੀਆਂ ਨੇਗੀਆਂ, ਮਾਈਗ੍ਰੈਂਟ ਵੂਮਨ ਨੇ ਸਾਡੀਆਂ, ਤਾਂ ਉਹਨਾਂ ਦੇ ਕੀ ਇਸ਼ੂ ਹੋ ਸਕਦੇ ਨੇ ਜਾਂ ਉਹਨਾਂ ਦੀ ਲਾਈਫ ਇਸ਼ੂਜ਼, ਵਰਕਿੰਗ ਇਸ਼ੂਜ਼ ਕੀ ਨੇਗੇ, ਅਸੀਂ ਉਹਨਾਂ ਦੇ ਉੱਪਰ ਵੀ ਗੱਲਬਾਤ ਕਰੀਏ। ਤਾਂ ਉਹਨਾਂ ਦੇ ਵਿੱਚੋਂ ਇੱਕ ਇਹੀ ਸੀਗਾ ਕਿ ਜਦੋਂ ਕਈ ਔਰਤਾਂ ਸਾਡੀਆਂ ਜਾਂ ਕੁੜੀਆਂ ਸਾਡੀਆਂ ਇੱਧਰੋਂ ਬਹੁਤ ਜ਼ਿਆਦਾ ਪੜ੍ਹ ਲਿਖ ਕੇ ਜਾਂਦੀਆਂ ਨੇ ਅਤੇ ਉੱਧਰ ਜਾ ਕੇ ਉਹਨਾਂ ਨੂੰ ਫੈਮਿਲੀ ਸੈਟਲਮੈਂਟ ਦੇ ਲਈ ਜਾਂ ਫਿਰ ਹੋਰ ਆਪਣਾ ਕਰੀਅਰ ਸੈਕਰੀਫਾਈਸ ਕਰਨਾ ਪੈਂਦਾ, ਜਾਂ ਉਹਨਾਂ ਨੂੰ ਉੱਥੇ ਜਾ ਕੇ ਉੱਦਾਂ ਦੀਆਂ ਜੋਬਸ ਜਾਂ ਉੱਦਾਂ ਦੀ ਡੈਜ਼ਿਗਨੇਸ਼ਨ ਨਹੀਂ ਮਿਲਦੀ ਜਿਹੜੀ ਉਹ ਇੱਧਰੋਂ ਪੜ੍ਹ ਲਿਖ ਕੇ ਗਏ ਸੀ ਜਾਂ ਇਸ ਡੈਜ਼ਿਗਨੇਸ਼ਨ 'ਤੇ, ਜਿਸ ਡੈਜ਼ਿਗਨੇਸ਼ਨ 'ਤੇ ਉਹ ਇੱਧਰ ਪੰਜਾਬ 'ਚ ਕੰਮ ਕਰਦੇ ਸੀਗੇ। ਤਾਂ ਕਈ ਵਾਰੀ ਉਹਦੇ ਨਾਲ ਉਹ ਬਹੁਤ ਜ਼ਿਆਦਾ ਡੀਮੋਰਲਾਈਜ਼ ਵੀ ਹੁੰਦੀਆਂ ਨੇ, ਜਾਂ ਫਿਰ ਕਈ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਖੁਦ ਹੀ ਕਾਉਂਸਲਿੰਗ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇਗੇ। ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਨੇ ਜਾਂ ਫੈਸਲਾ ਲੈਂਦੇ ਨੇ ਤਾਂ ਉੱਥੇ ਪਰਿਵਾਰ ਦੀ ਸਪੋਰਟ ਕੀ ਹੋਣੀ ਚਾਹੀਦੀ ਆ, ਜਾਂ ਫਿਰ ਜਿਹੜੇ ਨਹੀਂ ਵੱਧਦੇ ਹੈਗੇ, ਜਿਹੜੇ ਸਿਰਫ ਕਲਚਰਲ ਸ਼ੌਕ ਦੇ ਵਿੱਚ ਹੀ ਰਹਿ ਜਾਂਦੇ ਨੇ ਜਾਂ ਇਹੀ ਸੋਚਦੇ ਰਹਿੰਦੇ ਨੇ ਕਿ ਨਹੀਂ ਇਹ ਮੇਰਾ ਕੰਫਰਟ ਜ਼ੋਨ ਆ, ਮੈਂ ਇੱਥੇ ਕੀ ਜੋਬ ਕਰ ਲਾਂ, ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਰਹਿੰਦਾ
ਕਿ ਮੈਂ ਕਿੰਨਾ ਪੜ੍ਹਿਆ ਲਿਖਿਆ ਸੀ, ਮੈਂ ਕਿੱਡੀ ਵਧੀਆ ਜੌਬ ਕਰਦਾ ਸੀ, ਤਾਂ ਇੱਧਰ ਆ ਕੇ ਮੇਰੀ ਜ਼ਿੰਦਗੀ ਕੀ ਹੋ ਗਈ। ਤਾਂ ਉਹ ਉਸ ਇੱਕ ਟੈਬੂ 'ਚੋਂ ਕਿਵੇਂ ਨਿਕਲ ਸਕਦੇ ਨੇ, ਉਸ ਨਿਰਾਸ਼ਾ ਦੇ ਵਿੱਚੋਂ ਉਹ ਕਿਵੇਂ ਨਿਕਲ ਕੇ ਅੱਗੇ ਆਪਣੀ ਲਾਈਫ ਨੂੰ ਵਧੀਆ ਬਣਾ ਸਕਦੇ ਨੇ। ਸੋ ਸਾਡੀ ਕੋਸ਼ਿਸ਼ ਸੀਗੀ, ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਹੋਰ ਵਿਸ਼ਿਆਂ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਲਈ ਮੈਨੂੰ ਇਜਾਜ਼ਤ ਦੇ ਦਿਓ, ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।